यूहन्ना दी अंजील 6 बाब दी 68 आयत तो कि अनंत जीवन दियां गल्लां ते तेरे कोल आ ते असीं तैनूं छड्ड के कित्थे जाईए। हालेलुया। और पिछली बार असीं सिख रहे सां कि अनंत जीवन दियां गल्लां ते उहदे कोल है, पर की उन्हां गल्लां दे उत्ते असीं ध्यान भी लाउंदे आ कि नहीं, कि उन्हां गल्लां दे असीं ਸਰੋਤੇ भी हाँ कि नहीं। खुदा ने इसराइलियां ने कहा सी अगर तुसीं मेरी आवाज़ दे ਸਰੋਤੇ ਬਣੋ। सो ਜਿਹੜੇ अनंत जीवन ਦੀ आस लैके मसीह यसू ਦੇ ਕੋਲ ਆਏ ਆ, ਉਹਨਾਂ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ अनंत जीवन ਦੀਆਂ ਗੱਲਾਂ ਦੇ ਉੱਤੇ ਉਹ ਧਿਆਨ ਲਗਾਉਣ। और अनंत जीवन ਦੀਆਂ ਗੱਲਾਂ ਜਿੱਥੇ बहुत ਸਵਾਦਲੀਆਂ ਵੀ ਹੈ, ਉੱਥੇ ਜਦੋਂ ਅਸੀਂ ਧਿਆਨ ਲਾ ਕੇ ਨਹੀਂ ਸੁਣਦੇ ਤੇ ਫਿਰ ਇਹ ਕੜਵੀਆਂ ਵੀ ਲੱਗਦੀਆਂ। ਪਰ ਇਹ ਕੜਵੀਆਂ ਵੀ ਇੱਦਾਂ ਆ ਵੀ ਕਹਿੰਦਾ ਵੀ ਜਦੋਂ ਤੇ ਤੂੰ ਇਹਨੂੰ ਪੋਥੀ ਨੂੰ ਖਾ ਜਾ ਤੇ ਜਦੋਂ ਤੂੰ ਇਹਨੂੰ ਮੂੰਹ 'ਚ ਪਾਵੇਂਗਾ ਤਾਂ ਤੈਨੂੰ ਕੀ ਲੱਗੂਗੀ ਭਲਾ? ਕੌੜੀ ਲੱਗੇਗੀ। ਸੋ ਇਹਨੂੰ ਅਸੀਂ ਸਿਰਫ ਮੂੰਹ ਤੱਕ ਨਹੀਂ ਰੱਖਣਾ, ਬਲਕਿ ਇਹਨੂੰ ਢਿੱਡ ਤੱਕ ਲੈ ਕੇ ਜਾਣਾ। ਹਾਲੇਲੂਇਆ। ਸੋ ਕੰਡੀਸ਼ਨਾਂ ਦੇ ਉੱਤੇ ਹੀ ਅਸੀਂ ਕੁਛ ਹਫ਼ਤੇ ਵਿਚਾਰ ਕਰਾਂਗੇ ਕਿ ਅਨੰਤ ਜੀਵਨ ਨੂੰ ਪਾਉਣ ਦੀਆਂ ਕੰਡੀਸ਼ਨਾਂ। और जिवें असीं सिक्ख्या सी पिछली बारी कि बहुत सारे लोग गुमराह करते हैं कि अब जो मसीह यसू में है उन पर दंड किया गया नहीं, जबकि असीं वचन चो सिखांगे कि नहीं, बल्कि जिस अनंत जीवन का वायदा आ वो वायदा किहनां दे नाल आ और उन्हां दा जीवन जिहड़ा है वो कैसा होना चाहिए। सो पढ़ांगे एक आयत मत्ती दी अंजील उहदा 5 अध्याय उहदी 3 आयत पढ़ांगे कि अगर असीं चाहुंदे आ कि सानूं ये अनंत जीवन हासिल होवे ते ओहदियां कंडीशन आ जिन्हां नूं असीं बड़े ही ध्यान ला के सिखांगे। मैं बड़ी वारी दस्सिआ गल्लां ओही हुंदियां जिन्हां नूं असीं पहिलां कई बार सुन चुके हैं, कई बार पढ़ चुके हैं, पर हर वार जदों असीं उन्हां दे उत्ते मनन करदे हां, ध्यान करदे हां ते प्रभु ਉਹਦੇ ਵਿੱਚੋਂ कुछ ना कुछ ਸਾਨੂੰ ਤਾਜ਼ਾ ਮੁਹੱਈਆ ਕਰਦਾ, ਕਿਉਂਕਿ ਉਹਦਾ ਵਾਅਦਾ ਕਿ ਮੈਂ ਤੁਹਾਨੂੰ ਤਾਜ਼ਾ ਮੰਨਾ ਦੇਵਾਂਗਾ। ਸੋ ਅਸੀਂ ਦੇਖਾਂਗੇ ਮੱਤੀ ਦੀ ਅੰਜੀਲ 5 ਅਧਿਆਇ ਉਹਦੀ 3 ਆਇਤ। ਹਾਂਜੀ ਪੜਾਂਗੇ। जो ना जो मन के दीन है। ਹਾਂਜੀ ਹਾਂਜੀ। ਕੌਣ ਹੈ ਧੰਨ ਜੀ? मन के दीन है। ਧੰਨ ਕੌਣ ਹੈ ਭਲਾ? ਇਹਦਾ ਉਲਟਾ ਕੀ ਕਵਾਂਗੇ? ਹਾਂਜੀ ਫਿਰ ਦੁਬਾਰਾ ਪੜ੍ਹ ਲਓ। ਹਾਂਜੀ। ਧੰਨ ਉਹ ਜਿਹੜੇ ਦਿਲ ਦੇ ਗਰੀਬ ਵੀ ਹੈ ਤੇ ਦੀਨ ਵੀ ਹੈ, ਹਨਾ। ਉਰਦੂ ਦੇ ਵਿੱਚ ਦੇਖਾਂਗੇ। ਹਾਂਜੀ ਪੜਾਂਗੇ। ਦਿਲ ਕੇ ਗਰੀਬ ਹੈ। ਹਾਲੇਲੂਇਆ। ਸੋ ਜਿਹੜੇ ਦਿਲ ਦੇ ਗਰੀਬ ਆ। ਸੋ ਤਰਜਮਾ ਪੰਜਾਬੀ ਦਾ ਵੀ ਮਾੜਾ ਨੀਗਾ, ਸੇਮ ਗੱਲਾਂ ਹੀ ਆ। ਦੀਨ ਜਾਂ ਆਪਣੇ ਆਪ ਨੂੰ ਗਰੀਬ ਕਰਕੇ ਪੇਸ਼ ਕਰਨਾ ਇੱਕੋ ਜਿਹੀ ਮਿਲਦੀ ਜੁਲਦੀ ਗੱਲ ਆ। ਸੋ ਦੀਨ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਕੀ ਲਿਖਿਆ ਆ? धन्य है वह जो मन के दीन है क्योंकि स्वर्ग का राज किहड़ा दा राज है? स्वर्ग का भला ਜਿਹੜੇ ਮਨ ਦੇ ਦੀਨ ਆ, स्वर्ग ਦਾ ਰਾਜ ਉਹਨਾਂ ਦਾ ਆ। ਤੇ ਹੁਣ ਜੇ ਅਸੀਂ ਕਹੀਏ ਵੀ ਤੌਬਾ ਕੀਤੀ ਹੈ, ਬਪਤਿਸਮਾ ਲਿਆ ਆ, ਮਸੀਹ ਯਸੂ ਦੇ ਵਿੱਚ ਆ, ਉਹ ਆਇਤ ਦੇ ਅਨੁਸਾਰ ਵੀ ਅਬ ਜੋ ਮਸੀਹ ਯਸੂ ਮੈਂ ਹੁਣ ਪਰ ਦੰਡ ਕੀਆ ਗਿਆ ਨਹੀਂ। ਜਿਹੜਾ ਮਸੀਹ ਯਸੂ ਦੇ ਵਿੱਚ ਆ, ਫਿਰ ਉਹਦੇ ਮਸੀਹ ਯਸੂ ਦੇ ਵਿੱਚ ਹੋਣ ਦੀ ਪਹਿਚਾਣ ਆ। ਤੇ ਪਹਿਚਾਣ ਕੀ ਆ ਭਲਾ? ਉਹ ਮਨ ਦਾ ਕੀ ਹੋਊਗਾ? ਦੀਨ ਕਹਿ ਲਓ ਜਾਂ ਗਰੀਬ ਕਹਿ ਲਓ। ਹਾਲੇਲੂਇਆ। ਉਹ ਮਨ ਦਾ ਕੀ ਹੋਊਗਾ ਭਲਾ? ਤੇ ਉਹ ਮਨ ਦਾ ਗਰੀਬ ਹੋਊਗਾ। ਤੇ ਜੇ ਉਹ ਮਨ ਦਾ ਅਮੀਰ ਆ, ਉਹ ਗਏ ਨਾ ਦੋ ਹੈਕਲ ਦੇ ਵਿੱਚ ਪ੍ਰਾਰਥਨਾ ਕਰਨ ਵਾਸਤੇ, ਬੜੀ ਵਾਰੀ ਅਸੀਂ ਪੜ੍ਹਿਆ ਸੁਣਿਆ, ਹਨਾ। ਤੇ ਇੱਕ ਜਿਹੜਾ ਆ ਉਹ ਮਨ ਦਾ ਆਪਣੇ ਆਪ ਨੂੰ ਅਮੀਰ ਰੱਖਣਾ ਚਾਹੁੰਦਾ, ਤੇ ਇੱਕ ਕੀ ਹੈ ਮਨ ਦਾ? ਇੱਕ ਮਨ ਦਾ ਦੀਨ ਆ ਤੇ ਇੱਕ ਮਨ ਦਾ ਇੱਕ ਘਮੰਡੀ, ਹਨਾ। ਜਿਹੜਾ ਮਨ ਦਾ ਘਮੰਡੀ ਆ, ਜਿਹੜਾ ਮਨ ਦਾ ਅਮੀਰ ਆ, ਉਹ ਜਾ ਕੇ ਰੱਬ ਦੇ ਨਾਲ ਤੜੀ ਨਾਲ ਗੱਲ ਕਰਦਾ, ਮੈਂ ਆਹ ਵੀ ਕਰਦਾ, ਮੈਂ ਆਹ ਵੀ ਕਰਦਾ, ਮੈਂ ਆਹ ਵੀ ਕਰਦਾ, ਮੈਂ ਆਹ ਵੀ ਕਰਦਾ। ਕਾਸ਼ ਉਹ ਜੋ ਕੁਛ ਵੀ ਕਰਦਾ ਸੀ ਨਾ, ਉਹਦੇ ਨਾਲ ਨਾਲ ਉਹ ਕਿਸੇ ਨੂੰ ਤੁੱਛ ਨਾ ਸਮਝਦਾ ਹੁੰਦਾ। ਹਾਲੇਲੂਇਆ। ਕਿੰਨਾ ਕੁਛ ਕਰਦਾ ਆ ਉਹ, ਇਹ ਕੋਈ ਛੋਟੀ ਗੱਲ ਨਹੀਂ। ਖੁਦਾ ਦੇ
ਸਾਹਮਣੇ ਖੜੇ ਹੋ ਕੇ ਦਾਵਾ ਕਰਨਾ ਵੀ ਮੈਂ ਇਹਨਾਂ ਗੱਲਾਂ ਦੇ ਵਿੱਚ ਸਹੀ ਹਾਂ। ਇਹ ਕੋਈ ਛੋਟੀ ਗੱਲ ਥੋੜੀ ਹੈ। ਜਿਵੇਂ ਸੰਤ ਪੌਲੁਸ ਕਹਿੰਦਾ, ਜੇ ਕਹਿੰਦਾ ਸ਼ਰੀਅਤ ਦੀ ਪੁੱਛੋ, ਜੇ ਸ਼ਰੀਅਤ ਦੇ ਬਾਰੇ ਲਿਖਿਆ ਵੀ ਸ਼ਰਅ ਦੇ ਮੁਤਾਬਕ ਕੋਈ ਬੰਦਾ ਧਰਮੀ ਨਹੀਂ ਠਹਿਰ ਸਕਦਾ, ਕਿਉਂਕਿ ਸ਼ਰਅ ਨੂੰ ਪੂਰਾ ਕਰਨਾ ਹੀ ਬੰਦਾ ਔਖਾ ਹੈ, ਪਰ ਜੇ ਉਹ ਕਰੇ ਤੇ ਲਿਖਿਆ ਭਲੀ ਹੈ। ਤੇ ਹੁਣ ਉਹ ਜਦ ਲਿਖਿਆ ਵੀ ਸ਼ਰਅ ਨੂੰ ਪੂਰਾ ਕਰਨਾ ਬੰਦੇ ਲਈ ਔਖਾ ਹੈ, ਪਰ ਸੰਤ ਪੌਲੁਸ ਕੀ ਲਿਖਦਾ, ਕਹਿੰਦਾ ਜੇ ਸ਼ਰਅ ਦੀ ਪੁੱਛੋ ਤੇ ਨਿਰਦੋਸ਼। ਜੇ ਸ਼ਰਅ ਦੀ ਪੁੱਛੋ ਤੇ ਕੀ ਹੈ, ਮੈਂ ਨਿਰਦੋਸ਼ ਹਾਂ। ਹੁਣ ਸ਼ਰਅ ਦੀ ਪੁੱਛੋ ਤੇ ਨਿਰਦੋਸ਼ ਹੈ ਦਾ ਮਤਲਬ ਇੱਕ ਐਸਾ ਬੰਦਾ ਉਹ ਜਿਹੜਾ ਸ਼ਰੀਅਤ ਦੇ ਯੁੱਗ ਦੇ ਵਿੱਚ ਵੀ ਇੱਕਦਮ ਨਿਰਦੋਸ਼ ਹੈ ਨਾ। ਲੇਕਿਨ ਸੰਤ ਪੌਲੁਸ ਦੇ ਵਿੱਚ ਤੇ ਇਸ ਮੰਦਰ 'ਚ ਗਏ ਬੰਦੇ ਦੇ ਵਿੱਚ ਫਰਕ ਕੀ ਹੈ ਭਲਾ? ਸੰਤ ਪੌਲੁਸ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ ਪੂਰਾ ਸੀ ਨਾ, ਉੱਥੇ ਮਨ ਦਾ ਦੀਨ ਸੀਗਾ। ਹਾਲੇਲੂਇਆ। ਕੀ ਸੀਗਾ ਭਲਾ? ਮਨ ਦਾ ਦੀਨ ਸੀਗਾ, ਖੁਦਾ ਦਾ ਖੋਜੀ ਸੀ, ਸੱਚ ਦਾ ਖੋਜੀ ਸੀਗਾ। ਸ਼ਰੀਅਤ ਦੇ ਯੁੱਗ 'ਚ ਰਹਿ ਕੇ ਵੀ ਉਹ ਕੀ ਸੀਗਾ ਭਲਾ? ਫਿਰ ਵੀ ਜਿਹੜੀ ਉਹਨੂੰ ਅਜੇ ਨਹੀਂ ਸੀ ਪਤਾ, ਉਹਨਾਂ ਗੱਲਾਂ ਨੂੰ ਵੀ ਜਾਣਨ ਦੀ ਆਪਣੇ ਮਨ ਦੇ ਅੰਦਰ ਇੱਛਾ ਰੱਖਦਾ ਸੀ, ਤੇ ਖੁਦਾ ਦੇ ਪ੍ਰਤੀ ਗੈਰਤ ਸੀ। ਲੋਕੀ ਤਾਂ ਉਹਨੂੰ ਉਲਟਾ ਲੈਂਦੇ, ਯਿਸੂ ਮਸੀਹ ਤੇ ਲੋਕਾਂ ਨੂੰ ਮਾਰਦਾ ਸੀ, ਪਰ ਅਸਲ ਦੇ ਵਿੱਚ ਤਾਂ ਪਰਮੇਸ਼ਵਰ ਦੇ ਲਈ ਕੰਮ ਕਰ ਰਿਹਾ ਸੀ। ਉਹਨੂੰ ਲੱਗਦਾ ਸੀਗਾ ਵੀ ਇਹ ਗਲਤ ਪ੍ਰਚਾਰ ਕਰ ਰਹੇ ਆ, ਸਾਡਾ ਮਸੀਹਾ ਤੇ ਰਾਜਾ ਬਣ ਕੇ ਆਉਣਾ ਹੈ। ਤੇ ਇਸ ਕਰਕੇ ਇਹ ਸਾਡੇ ਮਸੀਹ ਨੂੰ ਵੀ ਮਤਲਬ ਕਹਿੰਦਾ ਭਾਵ ਵੀ ਇੱਕ ਗਰੀਬ ਜਿਹਾ ਬਣਾ ਕੇ ਪੇਸ਼ ਕਰੀ ਜਾਂਦੇ ਆ। ਤੇ ਅਸਲ 'ਚ ਗੈਰਤ ਹੈ ਉਹਦੇ ਅੰਦਰ, ਤੇ ਗੈਰਤ ਦੇ ਹਿਸਾਬ ਦੇ ਨਾਲ ਕੰਮ ਕਰਦਾ। ਪਰਮੇਸ਼ਰ ਮਨ ਤੋਂ ਜਾਣਦਾ ਆ ਵੀ ਪੌਲੁਸ ਮਨ ਤੋਂ ਗਲਤ ਨਹੀਂ ਗਾ, ਪਰ ਉਹਦੀ ਅਜੇ ਉਹ ਅੱਖ ਖੁੱਲੀ ਨਹੀਂ ਜਿਹਦੇ ਵਿੱਚ ਉਹ ਜਾ ਕੇ ਉਸ ਸੱਚ ਨੂੰ ਕੀ ਕਰੇ ਭਲਾ? ਪਹਿਚਾਨ ਸਕੇ। ਤੇ ਸੱਚ ਨੂੰ ਪਹਿਚਾਨਣ ਦੇ ਲਈ ਹੋਇਆ ਕੀ ਭਲਾ? ਅਸੀਂ ਤਾਂ ਕਹਿੰਦੇ ਯਾ ਖੁਦਾ ਮੇਰੀਆਂ ਅੱਖਾਂ ਖੋਲ ਕਿ ਮੈਂ ਤੇਰੇ ਸੱਚ ਨੂੰ ਜਾਣ ਸਕਾਂ। ਇਹਨੂੰ ਸੱਚ ਜਦੋਂ ਜਾਣਿਆ ਗਿਆ ਤੇ ਇਹ ਕਿੱਦਾਂ ਹੋਇਆ ਭਲਾ? ਸਭ ਤੋਂ ਪਹਿਲਾਂ ਇਹਨੂੰ ਕੀ ਕੀਤਾ ਪਰਮੇਸ਼ਰ ਨੇ? ਇਹਨੂੰ ਅੰਨਾ ਕੀਤਾ। ਤੇ ਇਹਦੇ ਤੇ ਸੱਚ ਹੀ ਅਲੱਗ ਤਰੀਕੇ ਨਾਲ ਪ੍ਰਗਟ ਹੋ ਰਿਹਾ ਹੈ ਨਾ। ਸੋ ਅਸੀਂ ਕਹਿੰਦੇ ਯਾ ਖੁਦਾ ਮੇਰੇ ਮਨ ਦੀਆਂ ਅੱਖਾਂ ਖੋਲ, ਮੇਰੇ ਦਿਲ ਦੀਆਂ ਅੱਖਾਂ ਖੋਲ। ਤੇ ਇਹਦੀਆਂ ਅੱਖਾਂ, ਇਹਦੀਆਂ ਸਰੀਰਕ ਅੱਖਾਂ ਜਿਹੜੇ ਬਾਹਰਲੀ ਦਿਸ਼ਾ ਵਾਲੀਆਂ ਕੀ ਕੀਤੀਆਂ? ਸਹਾਰਾ ਲੈ ਕੇ ਕਿਸੇ ਦੇ ਕੋਲ ਜਾਣਾ ਪਿਆ। ਇਹ ਬੰਦਾ ਪਰਮੇਸ਼ਵਰ ਦੇ ਨਾਲ ਮੁਹੱਬਤ ਕਰਨ ਵਾਲਾ, ਪਰਮੇਸ਼ਵਰ ਦੇ ਜਰਨ ਰੱਖਣ ਵਾਲਾ, ਪਰਮੇਸ਼ਵਰ ਦੀ ਅਣਖ ਰੱਖਣ ਵਾਲਾ, ਪਰਮੇਸ਼ਵਰ 'ਚ ਦੀਨ ਹੋ ਕੇ ਚੱਲਣ ਵਾਲਾ ਸੀ। ਇਹ ਪਰਮੇਸ਼ਵਰ ਦੇ ਖਿਲਾਫ ਕਿਸੇ ਵੀ ਯੁਗਤ ਨੂੰ ਪਸੰਦ ਕਰਦਾ ਨਹੀਂ ਸੀ। ਪਰ ਅਜੇ ਉਹ ਹਨੇਰਿਓਂ ਜਿਹੜਾ ਚਾਨਣ ਚਮਕਣਾ ਸੀ, ਉਹ ਇਹਦੇ ਉੱਤੇ ਚਮਕਿਆ ਉਹ ਨਹੀਂ ਸੀ ਚਮਕਿਆ। ਤੇ ਫਿਰ ਜਦੋਂ ਚਮਕਿਆ ਉਦੋਂ ਫਿਰ ਏਦਾਂ ਚਮਕਿਆ। ਹਾਲੇਲੂਇਆ। ਇਹਦੇ ਕੋਲ ਖੁਦਾਵੰਦ ਖੁਦਾ ਨੇ, ਜਦੋਂ ਪਿਛਲੇ ਦੱਸਿਆ ਸੀ ਵੀ ਇਹਦੇ ਕੋਲ ਖੁਦਾ ਨੇ ਆਪਣਾ ਕੋਈ ਸ਼ਾਗਿਰਦ ਨਹੀਂ ਭੇਜਿਆ ਵੀ ਜਾ ਪੌਲੁਸ ਨੂੰ ਦੱਸੋ। ਇਹਦੇ ਨਾਲ ਗੱਲ ਵੀ ਕਿੱਦਾਂ ਹੋਈ? ਫਿਰ ਕਿਸੇ ਨੂੰ ਨਹੀਂ ਭੇਜ ਸਕਦਾ ਸੀ ਪ੍ਰਭੂ। ਹਾਂਜੀ, ਗੱਲ ਵੀ ਅਲੱਗ ਤਰੀਕੇ ਦੇ ਨਾਲ ਹੈ ਨਾ, ਆਪ ਆਵਾਜ਼ ਦੇ ਕੇ ਗੱਲ ਕਰਕੇ ਆਪਣੀ ਰੋਸ਼ਨੀ ਇਹਦੇ ਤੇ ਸਿੱਧੀ ਭੇਜਦਾ ਹੈ ਨਾ। ਤੇ ਕਹਿੰਦਾ ਹੇ ਸੌਲ ਤੂੰ ਮੈਨੂੰ ਕਿਉਂ ਸਤਾਉਂਦਾ? ਹੁਣ ਸਤਾਉਂਦਾ ਪਹਿਲਾਂ ਕਾਹਦੇ ਲਈ ਆ? ਉਹ ਅਸਲ 'ਚ ਮਨੋਂ ਥੋੜ੍ਹੀ ਸਤਾਉਂਦਾ ਪਿਆ। ਮਨ ਤੋਂ ਕੀ ਹੈ ਭਲਾ? ਮਨ ਤੋਂ ਗਰੀਬ ਆ, ਤੇ ਉਹ ਮਤਲਬ ਪਰਮੇਸ਼ਰ ਦੀ ਅਣਖ ਰੱਖਦਾ ਆ। ਪਰ ਪ੍ਰਭੂ ਹੁਣ ਇਹਨੂੰ ਦੱਸਣ ਲੱਗਾ ਆ ਵੀ ਜਿੱਥੇ ਸਭ ਕੁਝ ਸਹੀ ਹੈ ਨਾ, ਉੱਥੇ ਕੁਛ ਅਜੇ ਤੇਰੇ ਤੇ ਪ੍ਰਗਟ ਹੋਣਾ ਬਾਕੀ ਹੈ। ਤੇ ਫਿਰ ਜਦੋਂ ਪ੍ਰਗਟ ਕੀਤਾ ਤੇ ਇਹਨੇ ਇਨਕਾਰ ਨਹੀਂ ਕੀਤਾ। ਸ਼ਰਅ ਦਾ ਘਮੰਡ ਦੇ ਕੋਲ ਸੀ, ਤੇ ਸ਼ਰਅ ਦੇ ਘਮੰਡ ਦੇ ਵਿੱਚ ਇਹ ਵੀ ਸੋਚ ਸਕਦਾ ਸੀਗਾ ਕਿ ਦਰਸ਼ਨ ਵੀ ਗਲਤ ਹੋ ਸਕਦਾ। ਸ਼ਰਅ ਦੇ ਘਮੰਡ ਵਿੱਚ ਨਾ ਵੀ ਮੰਨਦਾ, ਕਹਿੰਦਾ ਮੈਂ ਸ਼ਰਅ ਪੂਰਾ ਕਰੀ ਜਾਂਦਾ, ਮੈਂ ਤਾਂ ਸ਼ਰੀਅਤ ਨੂੰ ਮੰਨਣ ਵਾਲਾ ਬੰਦਾ, ਤੇ ਇੱਦਾਂ ਵਿੱਚ ਪਹੁੰਚ ਹੀ ਜਾਣਾ। ਪਰ ਜਦੋਂ ਗੱਲਬਾਤ ਹੋਈ ਆ ਤੇ ਉਹਨੂੰ ਪਤਾ ਲੱਗ ਗਿਆ ਇਸ ਤਰੀਕੇ ਨਾਲ ਗੱਲਬਾਤ ਸਾਡੇ ਬਾਪ ਦਾਦਿਆਂ ਦਾ ਪਰਮੇਸ਼ਵਰ ਹੀ ਕਰਦਾ ਸੀ। ਹਾਲੇਲੂਇਆ। ਤੇ ਉਸ ਗੱਲ ਦੇ ਉੱਤੇ ਫਿਰ ਉਹਨੇ ਗੌਰ ਕੀਤਾ, ਤੇ ਫਿਰ ਉਸ ਤੋਂ ਬਾਅਦ ਆਪਣਾ ਜੀਵਨ ਕੀ ਹੈ ਪੂਰੇ ਦਾ ਪੂਰਾ ਟੋਟਲ ਉਹਨੇ ਪ੍ਰਭੂ ਦੇ ਹਵਾਲੇ ਕਰ ਦਿੱਤਾ। ਤੇ ਜਿਹੜੀਆਂ ਸ਼ਰੀਅਤ ਦੇ ਯੁੱਗ ਦੇ ਵਿੱਚ ਉਹ 'ਚ ਕਮੀਆਂ ਰਹੀਆਂ, ਉਹ ਉਹਨੇ ਮਸੀਹ ਦੇ ਯੁੱਗ ਵਿੱਚ ਆ ਕੇ ਪੂਰੀਆਂ ਕੀਤੀਆਂ। ਹਾਲੇਲੂਇਆ। ਸੋ ਅਸੀਂ ਡਾਇਰੈਕਟ ਮਸੀਹ ਦੇ ਯੁੱਗ ਵਿੱਚ ਬੁਲਾਏ ਗਏ ਹਾਂ, ਗੈਰ ਕੌਮਾਂ ਤੋਂ। ਸੋ ਹੁਣ ਸਾਡੇ ਲਈ ਹੁਕਮ ਕੀ ਆ ਗਿਆ ਭਲਾ? ਅਸੀਂ ਸਿੱਖ ਰਹੇ ਹਾਂ ਕਿ ਖੁਦਾ ਦਾ ਬੰਦਾ, ਖੁਦਾ ਦਾ ਰਸੂਲ ਕਹਿੰਦਾ ਵੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਆ, ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਆ, ਅਨੰਤ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਆ, ਤੇ ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ? ਅਗਲੀ ਲਾਈਨ ਜਿਹੜੀ ਆ ਉਹ ਪੜ੍ਹੋ। ਹੁਣ ਇਹਦੇ ਉੱਤੇ ਬੜੀ ਵਾਰੀ ਅਸੀਂ ਗੌਰ ਕੀਤਾ ਹੈ। 69 ਆਇਤ ਪੜ੍ਹੋ यूहन्ना। और हमने विश्वास किया और जान गए हाँ जी कि परमेश्वर का पवित्र जन तू ही है। ਇਹਨਾਂ ਨੇ ਵਿਸ਼ਵਾਸ ਕੀਤਾ। ਕੀ ਕੀਤਾ ਭਲਾ? विश्वास
ਕਿੰਨੇ ਇਸਰਾਏਲੀ ਸੀ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹਨ, ਪਰ ਉਹਨਾਂ ਨੇ ਖਾਲੀ ਵਿਸ਼ਵਾਸ ਹੀ ਕੀਤਾ। ਉਹ ਜਿਹੜੇ 70 ਚਲੇ ਗਏ ਨਾ ਠੋਕਰ ਖਾ ਕੇ, ਉਹ ਵੀ ਤਾਂ ਵਿਸ਼ਵਾਸ ਕਰਦੇ ਸੀ ਨਾ, ਉਹਨਾਂ ਨੂੰ ਵੀ ਤੇ ਪ੍ਰਭੂ ਨੇ ਸੇਵਕਾਈ ਦਿੱਤੀ ਸੀ ਨਾ, ਉਹਨਾਂ ਦੁਆਰਾ ਵੀ ਤੇ ਪ੍ਰਭੂ ਨੇ ਅਚੰਬੇ ਕੰਮ ਕੀਤੇ ਸੀ ਨਾ। ਲੇਕਿਨ ਜਦੋਂ ਤਰੀਮ ਥੋੜਾ ਸਖਤ ਕੀਤਾ, ਉਹਨੇ ਕਿਹਾ ਮੇਰਾ ਲਹੂ ਪੀਓਗੇ ਤੇ ਮੇਰਾ ਮਾਸ ਖਾਓਗੇ, ਉਹ ਕਹਿੰਦੇ ਇਹ ਤੇ ਕੰਮ ਹੀ ਔਖਾ ਹੈ ਨਾ, ਛੱਡ ਕੇ ਚਲੇ ਗਏ। ਵਿਸ਼ਵਾਸ ਉਹ ਵੀ ਕਰਦੇ ਸੀ। ਪਰ ਇਹਨਾਂ ਦੇ ਬਾਰੇ ਕੀ ਲਿਖਿਆ ਭਲਾ? ਬੋਲੋ ਫਿਰ ਦੁਆਰਾ, ਫਿਰ ਪੂਰੀ ਲਾਈਨ ਪੜੋ। और हमने विश्वास किया ਔਰ ਹਮਨੇ, विश्वास किया ਇਹਨਾਂ ਨੇ ਕੀ ਕੀਤਾ ਭਲਾ? ਔਰ ਹਮਨੇ ਵਿਸ਼ਵਾਸ ਕੀਤਾ। ਅਗਲੀ ਗੱਲ ਕੀ ਹੈ ਭਲਾ और ਜਿਹੜੀ? जान गए हैं ਕੀ ਹੋਇਆ ਭਲਾ? जान गए ਸਿਰਫ ਵਿਸ਼ਵਾਸ ਨਹੀਂ ਕੀਤਾ ਬਲਕਿ ਜਾਣ ਗਏ ਹੈ। ਤੇ ਜਾਣ ਕੀ ਗਏ ਆ ਭਲਾ? परमेश्वर का पवित्र जन तू ही ਕਿ ਪਰਮੇਸ਼ਵਰ ਦਾ ਪਵਿੱਤਰ ਜਨ तू ही ਤੂੰ ਹੈ। ਇੰਗਲਿਸ਼ ਸਨ ਆਫ ਗੋਡ ਲਿਖਿਆ ਹੈ। Yeah, Christ, the ਹਾਂਜੀ। Son of the living God. ਬਿਲਕੁਲ। ਸੋ ਪਰਮੇਸ਼ਵਰ ਦਾ ਪਵਿੱਤਰ ਜਨ, ਪਰਮੇਸ਼ਵਰ ਦਾ ਪੁੱਤਰ ਤੂੰ ਆ। ਸੋ ਇੱਥੇ ਆ ਕੇ ਸਾਡੇ ਸਾਹਮਣੇ ਫਿਰ ਕੀ ਗੱਲ ਪ੍ਰਗਟ ਹੁੰਦੀ ਆ? ਇਹਨਾਂ ਦੇ ਉੱਤੇ ਇਹਨਾਂ ਨੇ ਜਿਹੜਾ ਵਿਸ਼ਵਾਸ ਕੀਤਾ ਨਾ, ਕਹਿੰਦੇ ਅਸੀਂ ਵਿਸ਼ਵਾਸ ਕੀਤਾ ਤੇ ਜਾਣ ਗਏ ਆ। ਤੇ ਉੱਥੇ ਕੀ ਲਿਖਿਆ 316 ਜਿਹੜੀ ਅਸੀਂ ਨਾਲ ਲੈ ਕੇ ਚੱਲਦੇ ਪਏ ਆ? ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ, ਪਰਮੇਸ਼ਵਰ ਨੇ ਜਗਤ ਨਾਲ ਐਸੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਕਾਹਦੇ ਲਈ ਬਖਸ਼ਿਆ ਪਹਿਲਾਂ? ਤਾਂ ਕਿ ਜਿਹੜਾ ਵੀ ਉਹਦੇ ਤੇ ਵਿਸ਼ਵਾਸ। ਇਹ ਕੀ ਕਹਿੰਦੇ ਪਏ ਭਲਾ? और हमने तू विश्वास जान गए ਹੁਣ ਨਹੀਂ ਪਹਿਲਾਂ ਕੀ ਕਹਿੰਦੇ ਪਏ? और हमने ਲਿਖ ਕੀ विश्वास ਲਿਖਿਆ? किया। ਜਿਹੜਾ ਕੋਈ ਉਹਦੇ ਉੱਤੇ ਵਿਸ਼ਵਾਸ ਕਰੇ ਤੇ ਨਾ, ਇਹ ਕੀ ਕਹਿੰਦੇ ਪਏ? ਦਾਵਾ ਕਰਦੇ ਪਏ ਅਸੀਂ ਵਿਸ਼ਵਾਸ ਕੀਤਾ। विश्वास किया और जान गए ਤੇ ਇਹ ਨਾਲ ਇਹਨਾਂ ਨੇ ਪਲੱਸ ਕੀ ਕੀਤਾ ਭਲਾ? जान गए ਔਰ ਜਾਣ ਗਏ। ਕੀ ਜਾਣ ਗਏ ਆ? ਉਸੇ ਲਾਈਨ ਤੇ ਫਿਰ ਦੁਬਾਰਾ ਆਏ ਨੇ ਆ, ਜਿਹੜਾ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ। ਕਿਸ ਚੀਜ਼ ਦਾ ਵਿਸ਼ਵਾਸ ਕਰਨਾ ਭਲਾ? ਜਿਹੜਾ ਪੁੱਤਰ ਪਰਮੇਸ਼ਵਰ ਨੇ ਬਖਸ਼ਿਆ ਉਹ ਤੂੰ। ਹਾਲੇਲੂਇਆ। ਜਿਹੜਾ ਪੁੱਤਰ ਪਰਮੇਸ਼ਵਰ ਨੇ ਬਖਸ਼ਿਆ ਕੌਣ ਆ? ਉਹ ਤੂੰ ਆ। ਉਹ ਮਸੀਹਾ ਜਿਹਦੀ ਇੰਤਜ਼ਾਰ 'ਚ ਇਸਰਾਇਲ ਬੈਠਾ ਹੈ, ਉਹ ਕੌਣ ਆ? ਤੂੰ ਆ। ਅਸੀਂ ਇਸ ਚੀਜ਼ ਨੂੰ ਕੀ ਹੈ ਭਲਾ? ਜਾਣ ਗਏ। ਪਰਮੇਸ਼ਵਰ ਦਾ ਅਭਿਸ਼ਿਕਤ ਤੂੰ ਆ। ਸੋ ਹੁਣ ਇਹ ਅਭਿਸ਼ਿਕਤ ਨੂੰ ਕੀ ਕੀਤਾ ਭਲਾ? ਇਹ ਜਾਣ ਗਏ ਆ। ਸਿਰਫ ਖਾਲੀ ਵਿਸ਼ਵਾਸ ਨਹੀਂ ਕੀਤਾ। ਅਸੀਂ ਖਾਲੀ ਵਿਸ਼ਵਾਸ ਕੀਤਾ, ਅਜੇ ਤੱਕ ਪ੍ਰਭੂ ਨੂੰ ਜਾਣਿਆ ਨਹੀਂ ਗਾ। ਇਹਨਾਂ ਵਿੱਚ ਫਰਕ ਕੀ? ਸਾਡੇ ਵਿੱਚ ਫਰਕ ਕੀ ਹੈ? ਅਸੀਂ ਪ੍ਰਭੂ ਦੇ ਉੱਤੇ ਸਿਰਫ ਵਿਸ਼ਵਾਸ ਕੀਤਾ, ਪ੍ਰਭੂ ਨੂੰ ਜਾਣਿਆ ਨਹੀਂ ਹੈ। ਪ੍ਰਭੂ ਨੂੰ ਜਾਣਨ ਦਾ ਮਤਲਬ ਕੀ ਹੈ ਭਲਾ? ਪ੍ਰਭੂ ਨੂੰ ਜੇ ਕੋਈ ਕਹੇ ਹਾਂਜੀ ਮੈਂ ਕਹਾਂ ਵੀ ਮੈਂ ਪ੍ਰਭੂ ਨੂੰ ਜਾਣਦਾ ਹਾਂ, ਅਗਲਾ ਪੁੱਛੇ ਵੀ ਕਿੱਦਾਂ ਜਾਣਦੇ ਹੋ? आदत ਤੇ ਜੇ ਅਸੀਂ ਉਹਦੀ ਵਿਆਖਿਆ ਕਰਨੀ ਹੋਵੇ, ਉਹਨੂੰ ਐਕਸਪਲੇਨ ਕਰਨਾ ਹੋਵੇ, ਕਿਸੇ ਨੂੰ ਦੱਸਣਾ ਹੋਵੇ, ਤੇ ਕਿੱਦਾਂ ਦੱਸਾਂਗੇ ਮੈਂ ਪ੍ਰਭੂ ਨੂੰ ਜਾਣਦਾ? स्वभाव ਦਾ ਜਾਣ ਹਾਂਜੀ, ਕੀ ਜਾਣਨਾ ਭਲਾ? ਪ੍ਰਭੂ ਨੂੰ ਜਾਣਨ ਦਾ ਮਤਲਬ ਕੀ ਹੈ? ਉਹਦੇ ਸੁਭਾਅ ਨੂੰ ਜਾਣਨਾ, ਹਨਾ। ਜਦੋਂ ਉਹਦੇ ਅਸੀਂ ਸੁਭਾਅ ਨੂੰ ਜਾਣਾਂਗੇ, ਫਿਰ ਕੀ ਮਤਲਬ ਉਹਦਾ ਹੋ ਗਿਆ? ਅਸੀਂ ਪ੍ਰਭੂ ਨੂੰ ਜਾਣ ਗਏ, ਹਨਾ। ਤੇ ਪ੍ਰਭੂ ਦਾ ਸੁਭਾਅ ਕੀ ਹੈ ਫਿਰ? ਆਹ ਹੈ ਜਿਹੜਾ ਅਸੀਂ ਪੜ੍ਹਦੇ ਪਏ ਹਾਂ। ਕੀ ਹੈ ਭਲਾ ਪ੍ਰਭੂ ਦਾ ਸੁਭਾਅ? ਦੀਨ ਪ੍ਰਭੂ ਦਾ ਸੁਭਾਅ ਕੀ ਸੀਗਾ? ਤੀਸਰੇ ਆਕਾਸ਼ ਦੀ ਮਹਿਮਾ ਛੱਡ ਕੇ, ਅਸੀਂ ਕਈ ਵਾਰੀ ਇਹਨੂੰ ਗੱਲ ਨੂੰ ਨਾਲ ਲੈ ਕੇ ਚੱਲ, ਤੀਸਰੇ ਆਕਾਸ਼ ਦੀ ਮਹਿਮਾ ਛੱਡ ਕੇ ਆਪਣੇ ਆਪ ਨੂੰ ਸਖਣਾ ਕੀਤਾ ਤੇ ਦੀਨ ਹੋਇਆ। ਕੀ ਬਣਿਆ ਭਲਾ ਉੱਥੇ ਲਿਖਿਆ? गरीब बने। ਦੀਨ ਬਣਿਆ। ਤੇ ਹੁਣ ਜਿਹੜਾ ਦੀਨ ਬਣਿਆ ਆ, ਜਿਹਨੂੰ ਅਸੀਂ ਜਾਣਦੇ ਆ, ਕੀ ਕਹਿੰਦਾ? ਅਸੀਂ ਵਿਸ਼ਵਾਸ ਕੀਤਾ ਤੇ जान गए। ਜਾਣ ਗਏ ਆ। ਅਸੀਂ ਕਿੱਦਾਂ ਜਾਣਿਆ ਉਹਨੂੰ? ਅਸੀਂ ਜਾਣਿਆ ਕਿ ਜੋ ਕੁਛ ਉਹਨੇ, ਇੰਨਾ ਕੁਛ, ਮਤਲਬ ਤਿੰਨੇ ਲੋਕਾਂ ਦਾ ਮਾਲਕ ਹੋ ਕੇ, ਸਰਵ ਸ਼ਕਤੀਮਾਨ ਪਰਮੇਸ਼ਵਰ ਆ ਉਹ, ਏਡੀ ਕੁਦਰਤ ਦਾ ਮਾਲਕ ਆਪਣੇ ਆਪ ਨੂੰ ਕੀ ਕਰਦਾ ਪਿਆ ਭਲਾ? दीन करदा। ਦੀਨ ਕਰਦਾ ਪਿਆ ਹੈ। ਔਰ ਉਹ ਵੀ ਆਪਣੇ ਫਾਇਦੇ ਲਈ ਨਹੀਂ। ਅਸੀਂ ਤਾਂ ਆਪਣੇ ਫਾਇਦੇ ਲਈ ਆ ਨਾ ਪ੍ਰਭੂ ਦੇ ਕੋਲ ਆਏ, ਉਹ ਆਪਣੇ ਫਾਇਦੇ ਲਈ ਨਹੀਂ। ਤੇ ਜੇ ਉਹ ਸਾਨੂੰ ਹੀ ਫਾਇਦਾ ਦੇਣ ਦੇ ਲਈ ਆਪਣੇ ਆਪ ਨੂੰ ਇੱਥੋਂ ਤੱਕ ਦੀਨ ਕਰਦਾ ਆ, ਤੇ ਜੇ ਅਸੀਂ ਕਹਿੰਦੇ ਆ ਅਸੀਂ ਉਹਨੂੰ ਜਾਣ ਗਏ ਆ, ਤੇ ਫਿਰ ਸਾਨੂੰ ਉਹਦੇ ਤੋਂ ਵੱਧ ਆਪਣੇ ਆਪ ਨੂੰ ਦੀਨ ਕਰਕੇ ਪੇਸ਼ ਕਰਨ ਦੀ ਜ਼ਰੂਰਤ ਹੈ। हालेलुया। ਹਾਲੇਲੂਇਆ। हालेलुया। ਤੇ ਜਿੱਥੇ ਅਸੀਂ ਆਪਣੇ ਆਪ ਨੂੰ ਦੀਨ ਦਿਖਾਉਣਾ ਆ, ਉੱਥੇ ਅਸੀਂ ਹਾਰ ਜਾਂਦੇ ਆ। फेल हो जाने। ਕੀ ਹੁੰਦੇ ਆ ਭਲਾ? ਅਸੀਂ ਉੱਥੇ ਹਾਰ ਜਾਂਦੇ ਆ। ਪੜਾਂਗੇ ਇੱਕ ਰੈਫਰੈਂਸ, ਬੜੀ ਵਾਰੀ ਪੜਿਆ, ਪਿੱਛੇ ਵੀ ਪੜਿਆ ਸੀ। ਹੁਣ ਮੈਂ ਤਾਂ ਕਿ ਨਾਲ ਜੁੜੇ ਉਹ ਗੱਲ ਸਮਝ ਆ ਸਕੇ। ਦੂਸਰਾ ਗ੍ਰੰਥੀਆਂ ਦਾ ਖੱਤ 10 ਅਧਿਆਇ ਦੀ 5 ਆਇਤ। ਇੱਕ ਇੱਕ ਗੱਲ ਨੂੰ ਅਸੀਂ ਬਰੀਕੀ ਨਾਲ ਸਮਝਾਂਗੇ, ਕਿਉਂਕਿ ਅਸੀਂ ਦੌੜ ਦੇ ਵਿੱਚ ਆ। ਔਰ ਇੱਕ ਗੱਲ ਚੇਤੇ ਰੱਖੋ, ਕਈ ਵਾਰੀ ਸੇਵਕਾਂ ਵੱਲੋਂ ਵਚਨ ਪੇਸ਼ ਕੀਤਾ ਜਾਂਦਾ ਸਿਰਫ ਅਗਲੇ ਦਾ ਹੌਸਲਾ ਤੋੜਨ ਦੇ ਲਈ, ਵੀ ਉਹ ਹਾਰ ਹੀ ਜਾਵੇ। ਸਾਡਾ ਮਕਸਦ ਵਚਨ ਨੂੰ ਪੇਸ਼ ਕਰਨਾ, ਅਗਲੇ ਨੂੰ
ਇਦਾਂ ਦਾ ਪੇਸ਼ ਨਹੀਂ ਕਰਨਾ ਵੀ ਉਹ ਟੁੱਟੀ ਜਾਵੇ ਵੀ ਛੱਡੋ ਯਾਰ ਸਾਡੇ ਕੋਲ ਹੋਣਾ ਨਹੀਂ ਤੇ ਨਿਕਲੀਏ ਇਸ ਰਸਤੇ ਤੇ ਸਾਡੇ ਬਸ ਦਾ ਕੰਮ ਨਾ। ਬਲਕਿ ਵਚਨ ਸਾਨੂੰ ਪਿੱਛੇ ਮੁੜਨ ਦੇ ਲਈ ਨਹੀਂ ਸੁਣਾਇਆ ਜਾਂਦਾ ਜਾਂ ਪਿੱਛੇ ਮੁੜ ਜਾਈਏ ਇਸ ਲਈ ਨਹੀਂ ਵਚਨ ਹੈਗਾ। ਇਹ ਵਚਨ ਸਾਡੀ ਦਲੇਰੀ ਦੇ ਵਾਸਤੇ ਹੈ। ਇਹ ਵਚਨ ਸਾਨੂੰ ਦਲੇਰੀ ਦਿੰਦਾ ਆ। ਰਸੂਲਾਂ ਦੇ ਜੀਵਨ ਤੋਂ ਸਾਨੂੰ ਦਲੇਰੀ ਮਿਲਦੀ ਹੈ, ਨਬੀਆਂ ਦੇ ਜੀਵਨ ਤੋਂ ਸਾਨੂੰ ਦਲੇਰੀ ਮਿਲਦੀ ਹੈ, ਜਾਜਕਾਂ ਦੇ ਜੀਵਨ ਤੋਂ ਸਾਨੂੰ ਦਲੇਰੀ ਮਿਲਦੀ ਆ। ਉਹਨਾਂ ਸਾਰੇ ਪਰਮੇਸ਼ਵਰ ਦੇ ਭਗਤਾਂ ਦੇ ਜੀਵਨ ਤੋਂ ਸਾਨੂੰ ਕੀ ਮਿਲਦੀ ਭਲਾ? ਦਲੇਰੀ ਮਿਲਦੀ। ਕੀ ਆ ਮਤਲਬ ਜਿਹੜੀ ਦਲੇਰੀ ਦਾ ਕਾਰਨ ਆ? ਉਹ ਵੀ ਸਾਡੇ ਵਰਗੇ ਦੁੱਖ ਸੁੱਖ ਭੋਗਣ ਵਾਲੇ ਸੀਗੇ। ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਸਾਡੇ ਵਾਂਗੂ ਫੈਮਿਲੀ ਵਾਲੇ ਸੀਗੇ। ਉਹ ਲੋਕ ਇਹਨਾਂ ਤਜਰਬਿਆਂ ਦੇ ਵਿੱਚੋਂ ਨਿਕਲੇ ਆ। ਉਹਨਾਂ ਦੀਆਂ ਵੀ ਫੈਮਲੀਆਂ ਸੀਗੀਆਂ, ਉਹਨਾਂ ਦੇ ਵੀ ਬਿਜ਼ਨਸ ਸੀਗੇ, ਉਹਨਾਂ ਦੇ ਵੀ ਕਾਰੋਬਾਰ ਸੀ, ਸਭ ਕੁਝ ਸੀ, ਸਾਡੇ ਵਾਂਗੂ ਜਿੰਦੇ ਸੀ। ਲੇਕਿਨ ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਕੀ ਸੀਗਾ? ਜਿਵੇਂ ਅਸੀਂ ਪੜ੍ਹਿਆ, ਅਸੀਂ ਵਿਸ਼ਵਾਸ ਕੀਤਾ ਤੇ ਜਾਣ ਗਏ। ਉਹਨਾਂ ਨੇ ਕੀ ਕੀਤਾ ਭਲਾ? ਉਹ ਖਾਲੀ ਵਿਸ਼ਵਾਸ ਨਹੀਂ ਕੀਤਾ, ਬਲਕਿ ਉਹ ਪਰਮੇਸ਼ਵਰ ਨੂੰ ਜਾਣ ਗਏ। ਚੱਲਣਾ ਬੜਾ ਆਸਾਨ ਹੋ ਜਾਂਦਾ ਆ, ਚੱਲਣਾ ਬੜਾ ਸੌਖਾ ਹੋ ਜਾਂਦਾ ਹੈ ਜੇਕਰ ਕਿਤੇ ਅਸੀਂ ਉਹਨੂੰ ਕੀ ਕਰੀਏ ਭਲਾ? ਘਰਾਂ ਦੇ ਝਗੜੇ ਕਾਹਦੇ ਲਈ ਹੈ? ਘਰਾਂ ਦੇ ਵਿੱਚ ਭਰਾ ਦਾ ਝਗੜਾ ਕਰ ਲਈ ਹੈ, ਪਤੀ ਪਤਨੀ ਦਾ ਝਗੜਾ ਕਾਹਦੇ ਲਈ ਹੈ? ਬੇਟੇ ਦਾ ਬਾਪ ਦੇ ਨਾਲ, ਬੇਟੇ ਦਾ ਮਾਂ ਦੇ ਨਾਲ, ਧੀ ਦਾ ਮਾਂ ਦੇ ਨਾਲ ਝਗੜਾ ਕਾਹਦੇ ਲਈ ਹੈ? ਅਸੀਂ ਇੱਕ ਦੂਸਰੇ ਨੂੰ ਜਾਣਦੇ ਨਹੀਂ ਹਾਂ। ਪੜੋਸੀ ਨਾਲ ਅਸੀਂ ਕੱਲ੍ਹ ਹੀ ਲੜਦੇ ਹਾਂ, ਅਸੀਂ ਉਹਨੂੰ ਪੜੋਸੀ ਨੂੰ ਜਾਣਦੇ ਨਹੀਂ ਹਾਂ। ਤੇ ਜਿਹੜਾ ਬੁੱਧੀਮਾਨ ਆ, ਜੈਸੇ ਬੱਚੇ ਦੱਸਦਾ ਹੈ, ਬੁੱਧੀਮਾਨ ਬੰਦਾ ਹਰ ਇੱਕ ਗੱਲ ਨੂੰ ਪਰਖ ਲੈਂਦਾ। ਤੇ ਜਿਹੜੇ ਬੁੱਧੀਮਾਨ ਲੋਕ ਆ ਉਹ ਪੜੋਸੀ ਦੀ ਆਦਤ ਨੂੰ ਜਾਣ ਜਾਂਦੇ ਆ ਤੇ ਜੀਵਨ ਭਰ ਉਹਦੀ ਆਦਤ ਨੂੰ ਜਾਣਨ ਦਾ ਕਰਕੇ ਉਹ ਕਦੇ ਝਗੜਾ ਕਰਦੇ ਕਿਉਂ? ਬਾਕੀ ਲੋਕ ਤਾਂ ਝਗੜਾ ਕਰ ਜਾਂਦੇ ਆ, ਪਰ ਬੁੱਧੀਮਾਨ ਬੰਦਾ ਝਗੜਾ ਨਹੀਂ ਕਰਦਾ। ਕਿਉਂ ਨਹੀਂ ਕਰਦਾ ਭਲਾ? ਉਹ ਪੜੋਸੀ ਦੀ ਆਦਤ ਨੂੰ ਕੀ ਕੀਤਾ ਭਲਾ? ਉਹ ਜਾਣ ਗਿਆ। ਇਹਦੀ ਆਦਤ ਕੀ ਹੈ? ਇਦਾਂ ਦੀ। ਤੇ ਹੁਣ ਜੇ ਮੈਂ ਆਪਣੇ ਜੀਵਨ ਦੀ ਸ਼ਾਂਤੀ ਨੂੰ ਨਹੀਂ ਗਵਾਉਣਾ ਤੇ ਫਿਰ ਮੈਂ ਇਹਦੇ ਨਾਲ ਕਿੱਦਾਂ ਰਹਿਣਾ ਹੈ? ਕੋਈ ਗੱਲ ਨਹੀਂ, ਜੋ ਕੋਈ ਕਹਿੰਦਾ ਨਾ ਨਜ਼ਰ ਅੰਦਾਜ਼ ਕਰੀਏ। ਤੁਸੀਂ ਸੁਣੀਏ ਨਾ ਕੈਪਟਨ ਸਾਹਿਬ ਦੀ ਉਹ ਟੈਸਟਮਨੀ ਵੀ ਉਹ ਰਹਿੰਦੇ ਇੱਕ ਮਕਾਨ ਕਿਰਾਏ ਦੇ ਵਿੱਚ, ਤੇ ਉੱਪਰਲਾ ਜਿਹੜਾ ਬੰਦਾ ਸੀ ਨਾ, ਉਹ ਕੋਈ ਜਿਹੜੀ ਉਹ ਫਲੈਸ਼ ਵਗੈਰਾ ਲਾਈ ਹੋਈ ਸੀ ਉਹਨੇ, ਟੋਇਲਟ ਵਗੈਰਾ ਜਿਹੜੀ ਉੱਥੇ ਸੀਟ ਵਗੈਰਾ, ਤੇ ਉੱਥੋਂ ਉਹਦਾ ਜਿਹੜਾ ਮਲ ਸੀ ਥੱਲੇ ਉਹਨਾਂ ਦੇ ਡਿੱਗਦਾ ਹੁੰਦਾ ਸੀ। ਔਰ ਡੇਲੀ ਕੈਪਟਨ ਸਾਹਿਬ ਉਹਨੂੰ ਸਾਫ਼ ਕਰਦੇ ਹੁੰਦੇ ਸੀ। ਸਾਡੇ ਵਰਗਾ ਹੁੰਦਾ ਤੇ ਬਾਹਰ ਨਿਕਲ ਕੇ ਇੱਟ ਮਾਰਨੀ ਸੀ ਚੱਕ ਕੇ। ਹਾਂਜੀ, ਮੈਂ ਤੇਰੇ ਪਿਓ ਦਾ ਨੌਕਰ ਲੱਗਾ, ਡੇਲੀ ਤੇਰੀ ਮੈਂ ਮਤਲਬ ਟੋਇਲਟ ਜਿਹੜੀ ਥੱਲੇ ਡਿੱਗਣ ਵਾਲੀ ਮੈਂ ਸਾਫ਼ ਕਰਾਂ। ਉਹਨਾਂ ਦੀ ਉਸ ਬਰਦਾਸ਼ਤ ਨੇ ਉਸ ਉੱਪਰਲੇ ਬੰਦੇ ਨੂੰ ਤੋੜ ਦਿੱਤਾ। ਕੀ ਕੀਤਾ ਭਲਾ? ਤੇ ਸਾਡੀ ਬਰਦਾਸ਼ਤ ਨਾ ਦਾ ਕਰਕੇ ਅਗਲਾ ਬੰਦਾ ਠੋਕਰ ਖਾ ਕੇ ਨਿਕਲਿਆ, ਕਹਿੰਦਾ ਦਫਾ ਮਾਰੋ। ਜੇ ਸਹਾਈ ਇਦਾਂ ਦੇ ਹੁੰਦੇ ਨਾ ਤੇ ਫਿਰ ਅਸੀਂ ਸ਼ਦਾਈ ਚੰਗੇ ਹਾਂ। ਜੇ ਇਹ ਵੀ ਇਦਾਂ ਦੇ ਆ ਤੇ ਫਿਰ ਅਸੀਂ ਸ਼ਦਾਈ ਚੰਗੇ ਆ। ਇਹ ਆਪਾਂ ਦੂਜਿਆਂ ਸ਼ਦਾਈ ਸਮਝਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਫਿਰ ਤੁਹਾਡੇ ਵਰਗੇ ਜੇ ਸਹਾਈ ਬਣਨਾ ਨਾ ਤੇ ਫਿਰ ਅਸੀਂ ਸ਼ਦਾਈ ਚੰਗੇ ਆ। ਕਿੱਦਾਂ ਦੇ ਤਜਰਬਿਆਂ ਦੇ ਵਿੱਚੋਂ ਦੀ ਖੁਦਾ ਨੇ ਆਪਣੇ ਉਸ ਦਾਸ ਨੂੰ ਕੱਢਿਆ। ਤੇ ਉਹਨਾਂ ਦੀ ਜਦੋਂ ਟੈਸਟਮਨੀ ਸੁਣਦੇ ਨਾ, ਉਹਨਾਂ ਚੀਜ਼ਾਂ ਤੋਂ ਫਿਰ ਸਾਨੂੰ ਕੀ ਮਿਲਦੀ ਭਲਾ? ਦਲੇਰੀ ਮਿਲਦੀ ਹੈ। ਤੇ ਫਿਰ ਸਭ ਤੋਂ ਵੱਡੀ ਦਲੇਰੀ ਕੀ ਮਿਲਦੀ ਆ? ਉਹ ਵੀ ਤਾਂ ਸਾਡੇ ਵਾਂਗੂ ਦੁੱਖ ਸੁੱਖ ਭੋਗਣ ਵਾਲਾ ਸ਼ਖਸ ਹੀ ਸੀਗਾ। ਜੇ ਸਰੀਰਕਤਾ ਸਾਡੇ ਅੰਦਰ ਆ ਤੇ ਸਰੀਰਕਤਾ ਉਹਦੇ ਅੰਦਰ ਵੀ ਤਾਂ ਸੀ ਨਾ, ਪਰ ਉਹਨੇ ਸਰੀਰਕਤਾ ਤੇ ਜੈ ਪਾਈ। ਅਸੀਂ ਸਰੀਰਕਤਾ ਦੇ ਉੱਤੋਂ ਦੇ ਮੁਕਾਬਲੇ ਹਰ ਦਿਨ ਕੀ ਕਰਦੇ ਭਲਾ? ਹਾਰ ਜਾਂਦੇ ਹਾਂ, ਹਰ ਦਿਨ ਹੀ ਹਾਰਦੇ ਹਾਂ। ਉਹਦੀ ਯਤਨ ਕੀ ਸੀਗਾ? ਹਰ ਦਿਨ ਮੈਂ ਇਹਦੀ ਉੱਤੇ ਜਿੱਤ ਪਾਉਣੀ ਹੈ। ਤੇ ਮਸੀਹੀ ਜੀਵਨ ਕਾਹਦਾ ਹੈ? ਮੈਂ ਆਪਾਂ ਪਿੱਛੇ ਸਿੱਖਿਆ ਸੀਗਾ, ਉਹਨੇ ਸਾਨੂੰ ਸਿਪਾਹੀ ਬਣਾਇਆ, ਹਰ ਰੋਜ਼ ਬਦਲਣੇ ਵਾਲਾ। ਉਹਨੇ ਸਾਨੂੰ ਸੋਲਜਰ ਬਣਾਇਆ। ਉਹਦੇ ਸੋਲਜਰ ਦੇ ਵਿੱਚ ਸਿਪਾਹੀ ਵੀ ਆ ਜਾਂਦਾ, ਫੌਜੀ ਵੀ ਆ ਜਾਂਦਾ, ਨੇਵੀ ਵੀ ਆ ਜਾਂਦਾ, ਏਅਰਫੋਰਸ ਸਭ ਆ ਜਾਂਦੇ ਆ। ਉਹਨਾਂ ਨੂੰ ਸਿੱਖਿਆ ਕੀ ਹੁੰਦੀ ਹੈ? ਸਿੱਖਿਆ ਇਹ ਹੁੰਦੀ ਵੀ ਤੁਹਾਨੂੰ ਆਹ ਜਿਹੜੀਆਂ ਤਨਖਾਹਾਂ ਫੌਜੀ ਹੁਣ ਕੀ ਹੈ? ਆਪਾਂ ਤੁਸੀਂ ਦੱਸੋ, ਤੁਹਾਡੀ ਜਦੋਂ ਆਪਣੀ ਸੂਰਤ ਵਿੱਚ ਕਾਰਗਿਲ ਯੁੱਧ ਹੋਇਆ, ਜਦੋਂ 71 ਦੀ ਲੜਾਈ, ਉਦੋਂ ਆਪਾਂ ਛੋਟੇ ਛੋਟੇ ਸੀਗੇ, ਆਪਾਂ ਨੂੰ ਪਤਾ ਹੀ ਨਹੀਂ ਹੈ ਨਾ। ਤੇ ਦੇਖੋ ਕਦੋਂ 71 ਦਾ ਯੁੱਧ ਹੋਇਆ ਤੇ ਕਦੋਂ ਕਾਰਗਿਲ ਯੁੱਧ ਹੋਇਆ। ਇੰਨੇ ਸਾਲ ਉਹਨਾਂ ਨੂੰ ਮੁਫਤ ਤਨਖਾਹ ਮਿਲਦੀ ਹੈ, ਖਾਣਾ ਪੀਣਾ ਸਭ ਕੁਝ, ਗੌਰਮੈਂਟ ਕਿੰਨਾ ਉਹਨਾਂ 'ਤੇ ਖਰਚਾ ਕਰੀ ਜਾਂਦੀ ਹੈ ਨਾ। ਤੇ ਯੁੱਧ ਤੇ ਹੁੰਦਾ ਹੀ ਨਹੀਂ। ਯੁੱਧ ਉਸ ਤੋਂ ਬਾਅਦ ਉਹ ਹੋਇਆ, ਥੋੜਾ ਜਿਹਾ ਦਿਨ ਚੱਲਿਆ ਤੇ ਬਾਅਦ 'ਚ ਉਹ ਵੀ ਬੰਦ ਹੋ ਗਿਆ।
ਤੇ ਉਹ ਤੋਂ ਬਾਅਦ ਵੀ ਉਹਨਾਂ ਨੂੰ ਫ੍ਰੀ 'ਚ ਸਭ ਕੁਝ ਮਿਲਣ ਡਿਆ। ਹੁਣ ਜਦੋਂ ਯੁੱਧ ਦੀ ਵਾਰੀ ਆਵੇ ਤੇ ਉਹ ਛੁੱਟੀ ਮੰਗਣ। ਨਹੀਂ ਬਦਲਦੇ। ਇਹੀ ਵਜ੍ਹਾ ਕਰਕੇ ਹੈ ਨਾ। ਹਾਂਜੀ, ਇਹੀ ਵਜ੍ਹਾ ਵੀ ਤੁਹਾਨੂੰ ਇੰਨਾ ਕੁਝ ਖਿਲਾਇਆ ਪਿਲਾਇਆ, ਤੁਹਾਨੂੰ ਤਗੜੇ ਕੀਤਾ। ਉਹ ਇਸ ਕਰਕੇ ਥੋੜੀ ਕੀਤਾ ਵੀ ਜਦੋਂ ਯੁੱਧ ਦਾ ਟਾਈਮ ਆਵੇ ਤੇ ਉਦੋਂ ਤੁਸੀਂ ਮਤਲਬ ਕਹਿੰਦਾ ਭਾਵੇਂ ਡਰਪੋਕਾਂ ਨੂੰ ਭੱਜੋ। ਸੇਮ ਗੱਲ ਸਾਨੂੰ ਖੁਦਾ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਆਪਣੇ ਵਾਅਦੇ ਦੇ ਮੁਤਾਬਕ ਮੁਹੱਈਆ ਕਰਦਾ। ਦਿੰਦਾ ਕਿ ਨਹੀਂ ਦਿੰਦਾ? ਹਾਂਜੀ, ਵਾਅਦਾ ਕੀਤਾ ਹੀ ਕੀਤਾ। ਇਹ ਕਹਿੰਦਾ ਗੈਰ ਕੌਮਾਂ ਦੇ ਲੋਕ ਇਹਨਾਂ ਚੀਜ਼ਾਂ ਦੀ ਚਿੰਤਾ ਕਰਨ, ਤੁਹਾਨੂੰ ਇਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕੀ ਖਾਵਾਂਗੇ, ਕੀ ਪੀਵਾਂਗੇ ਤੇ ਕੀ ਪਹਿਨਾਂਗੇ। ਹੁਣ ਜਦੋਂ ਉਹਨੇ ਇਹ ਇਕਰਾਰ ਕਰ ਹੀ ਰਿਹਾ ਤੇ ਸੰਤ ਪਲੂਸ ਦੀ ਆਪਾਂ ਕਈ ਵਾਰੀ ਗੱਲ ਸੁਣੀ ਹੈ, ਮਤਲਬ ਉਹ ਕਹਿੰਦਾ ਜਦੋਂ ਖਾਣ ਲਈ 2 ਵਕਤ ਦੀ ਰੋਟੀ ਤੇ ਪਹਿਨਣ ਲਈ ਕੱਪੜਾ ਤੇ ਫਿਰ ਕਾਹਦੀ ਚਿੰਤਾ ਕਰੀਏ। ਤੇ ਇਹਨਾਂ ਲੋਕਾਂ ਨੇ ਇਹਨਾਂ ਚੀਜ਼ਾਂ ਤੇ ਜੈ ਪਾਈ ਨਾ, ਤੇ ਫਿਰ ਅਸੀਂ ਕਿਉਂ ਨਹੀਂ ਪਾ ਸਕਦੇ? ਢੀਠ ਮਾਨੇ। ਜੇ ਇਹਨਾਂ ਨੇ ਪਾਈ ਜੈ ਤੇ ਫਿਰ ਅਸੀਂ ਵੀ ਪਾ ਸਕਦੇ ਕਿ ਨਹੀਂ? ਮੇਰੇ ਹਾਂ ਜਾਂ ਨਾਲ ਜਵਾਬ ਦਿਓ। ਪਾ ਸਕਦੇ। ਅਸੀਂ ਵੀ ਇਨਸਾਨ ਆ ਨਾ, ਸਾਡੇ ਅੰਦਰ ਵੀ ਉਹੀ ਜਜ਼ਬਾ ਆ। ਜੇ ਉਹਨਾਂ ਦੇ ਕੋਲ ਆਹ ਬਾਈਬਲ ਸੀ ਤੇ ਸਾਡੇ ਕੋਲ ਵੀ ਤੇ ਇਹੀ ਬਾਈਬਲ ਆ ਨਾ। ਜੀ ਹਾਂਜੀ, ਜੇ ਉਹ ਇਹਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਇੰਨਾ ਕੁਝ ਬਦਲ ਸਕਦੇ ਆ ਤੇ ਫਿਰ ਅਸੀਂ ਕਿਉਂ ਨਹੀਂ ਬਦਲ ਸਕਦੇ? ਇਹਦਾ 2 ਤਰੀਕੇ ਆ। ਇੱਕ ਤੇ ਹੈਗਾ ਰੋਮੀਓ ਦੇ ਖੱਤ ਦੇ ਵਿੱਚ, ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਤਾਂ ਵੀ ਉਹਦੇ ਯੋਗ ਵਡਿਆਈ ਹੁਣ ਫਸ ਗਏ। ਜੇ ਤੇ ਜਾਣ ਲਿਆ ਤੇ ਉਹਦੇ ਯੋਗ ਵਡਿਆਈ ਨਹੀਂ ਕੀਤੀ ਤਾਂ ਵੀ ਪੰਗਾ। ਤੇ ਜਾਂ ਫਿਰ ਕਹਿ ਦਈਏ ਨਹੀਂ ਮੈਂ ਅਜੇ ਉਹਨੂੰ ਜਾਣਿਆ ਨਹੀਂ, ਤਾਂ ਉਹ ਕੀ ਕਹਿੰਦੇ ਅਸੀਂ ਜਾਣ ਲਿਆ। ਕੀ ਕਹਿੰਦੇ ਉਹ? ਅਸੀਂ ਵਿਸ਼ਵਾਸ ਵੀ ਕੀਤਾ ਤੇ ਜਾਣ ਵੀ ਲਿਆ। ਤੇ ਉਹਨਾਂ ਦੇ ਬਾਰੇ ਕੀ ਲਿਖਿਆ? ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ ਪਰ ਉਹਦੇ ਅਸੀਂ ਫਿਰ ਉਹਨਾਂ ਵਿੱਚ ਹੀ ਹੋਏ। ਫਿਰ ਹਾਂਜੀ, ਅਸੀਂ ਫਿਰ ਉਹਨਾਂ ਇੱਥੇ ਆ ਜਾਈਏ ਸਿੱਧੀ, ਮਤਲਬ ਮੰਨਣਾ ਪਊਗਾ। ਮੰਨਣਾ ਪਊਗਾ, ਆਪਣੀ ਕਮਜ਼ੋਰੀ ਨੂੰ ਕੀ ਕਰਨਾ ਪਊਗਾ? ਮੰਨਣਾ ਪਊਗਾ। ਤੇ ਇਸ ਕਮਜ਼ੋਰੀ ਨੂੰ ਮੰਨ ਕੇ ਜਦੋਂ ਅਸੀਂ ਉਹਦੇ ਅੱਗੇ ਰੱਖਾਂਗੇ ਤੇ ਉਹ ਇਹੀ ਤੇ ਚਾਹੁੰਦਾ ਆ। ਟੁੱਟੇ ਦਿਲਾਂ ਨੂੰ ਤੇ ਚਾਹੁੰਦਾ। ਟੁੱਟੇ ਮਨਾਂ ਨੂੰ ਕੀ ਕਰਦਾ ਉਹ ਟੁੱਟੇ ਮਨ ਨੂੰ ਮੰਗਦਾ। ਉਹ ਟੁੱਟੇ ਮਨਾਂ ਚਾਹੁੰਦਾ ਆ ਇੱਕ ਵਾਰੀ ਮਨ ਤੋੜ ਕੇ ਉਹਦੇ ਅੱਗੇ ਰੱਖੀਏ। ਤੇ ਉਹਨੇ ਇਸੇ ਵਚਨ ਦੇ ਵਿੱਚ ਲਿਖ ਕੇ ਵਾਅਦਾ ਕੀਤਾ ਆ, ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਆਪਣੇ ਆਪ ਨੂੰ ਜਾਣਨ ਦੇ ਲਈ ਇੱਕ ਨਵਾਂ ਦਿਲ ਤੇ ਇੱਕ ਨਵਾਂ ਆਤਮਾ ਵਿੱਚ ਇਹਦੇ ਵਿੱਚ ਲਿਖ ਕੇ ਦਿੱਤਾ। ਜਿਹੜੇ ਮੈਨੂੰ ਲੱਭਦੇ ਆ ਮੈਂ ਆਪਣੇ ਆਪ ਨੂੰ ਉਹਨਾਂ ਤੇ ਕੀ ਕਰਦਾ ਭਲਾ? ਪ੍ਰਗਟ ਕਰਦਾ। ਉਹਨੇ ਲਿਖ ਕੇ ਦਿੱਤਾ ਆ। ਤੇ ਜਾਂ ਤੇ ਫਿਰ ਕਹਿ ਦੇ ਉਹਦਾ ਵਾਅਦਾ ਝੂਠਾ, ਤੇ ਜਾਂ ਫਿਰ ਮੰਨਣਾ ਪਊਗਾ ਉਹ ਇਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ। ਮੈਂ ਕਈ ਵਾਰ ਦੱਸਿਆ ਆਦਤ ਦੇ ਉੱਤੇ ਤਾਂ ਸਾਡਾ ਕਬਜ਼ਾ, ਅਸੀਂ ਪਾਈ ਤੇ ਜਦੋਂ ਮਰਜ਼ੀ ਛੱਡ ਦਈਏ। ਨੈਚੁਰਲੀ ਕਈ ਚੀਜ਼ਾਂ ਜਿਹੜੀਆਂ ਸਾਡੇ ਕੋਲ ਨਹੀਂ ਛੱਡੀਆਂ ਜਾਂਦੀਆਂ, ਅਸੀਂ ਨਹੀਂ ਛੱਡ ਸਕਦੇ। ਪਰ ਇਹ ਵਚਨ ਦੇ ਉੱਤੇ ਅਗਰ ਮੰਨਣ ਕਰੀਏ ਤੇ ਇਹਦੇ ਉੱਤੇ ਕਲੇਮ ਕਰੀਏ ਤੇ ਉਹ ਸਾਡੀ ਉਸ ਨੇਚਰ ਦੀ ਜਿਹੜੀ ਕਮਜ਼ੋਰੀ ਨਾ ਉਹਦੇ ਉੱਤੇ ਵੀ ਜੈ ਪਾਉਣ ਦੇ ਲਈ ਸਾਡੀ ਮਦਦ ਕਰ ਸਕਦਾ। ਉਹਨੇ ਉਹੋ ਹੀ ਕੰਮ ਕਰਨਾ ਨਾ ਜਿਹੜਾ ਅਸੀਂ ਨਹੀਂ ਕਰ ਸਕਦੇ। ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਕੀ ਕਰਦਾ ਭਲਾ? ਅਸੀਂ ਨਹੀਂ ਜਾਣਦੇ ਅਸੀਂ ਕੀ ਮੰਨਣਾ, ਪਰ ਆਤਮਾ ਕਰਦਾ। ਤੇ ਆਤਮਾ ਨੂੰ ਕਹੀਏ ਤੇ ਸਹੀ ਨਾ, ਲਿਖਿਆ ਜਿਹੜੇ ਆਤਮਾ ਦੀ ਅਗਵਾਈ ਚੱਲਦੇ ਸੋ ਹੀ ਪਰਮੇਸ਼ਵਰ ਦੇ ਪੁੱਤਰ ਆ। ਤੇ ਹੁਣ ਆਤਮਾ ਦੀ ਅਗਵਾਈ ਚੱਲਣ ਦਾ ਮਤਲਬ ਕੀ ਹੈ? ਮੇਰੀ ਆਹ ਕਮਜ਼ੋਰੀ ਹੈ। ਹੁਣ ਜਿੱਦਾਂ ਮੈਂ ਕਈ ਵਾਰੀ ਦੱਸਦਾ ਆਪਣੇ, ਮੈਨੂੰ ਕਿੱਥੋਂ ਤਜਰਬੇ ਮਿਲੇ। ਮੈਂ ਇੱਕ ਵਾਰੀ ਕੈਨੇਡਾ 'ਚ ਇੱਦਾਂ ਹੀ ਗੱਲਬਾਤ ਹੋ ਰਹੀ ਸੀਗੀ, ਕਿਸੇ ਸੇਵਕ ਦੇ ਘਰ ਹੀ ਬੈਠੇ, ਪਾਸਟਰ ਦੇ ਘਰ ਹੀ, ਤੇ ਕਾਫੀ ਲੰਬੀ ਵਿਮਰਸ਼ ਹੋਈ। ਪਾਸਟਰ ਮਨੀਰ ਸਾਹਿਬ ਵੀ ਆਏ ਸੀ ਇੰਡੀਆ ਤੋਂ, ਤੇ ਇੱਦਾਂ ਚਰਚਾ ਚੱਲ ਰਹੀ ਸੀ। ਤੇ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਵੀ ਤੁਸੀਂ ਜਵਾਬ ਦਿਓ, ਤੇ ਫਿਰ ਮੈਂ ਸ਼ੁਰੂ ਕੀਤਾ ਜਵਾਬ। ਗੱਲਬਾਤ ਕਾਫੀ ਲੰਬੀ ਚੱਲੀ ਤੇ ਉਹ ਪਾਸਟਰ ਸਾਹਿਬ ਦੀ ਵਾਈਫ ਨੇ ਮੈਨੂੰ ਬੜੇ ਵਧੀਆ ਢੰਗ ਨਾਲ ਬੇਇੱਜ਼ਤ ਕੀਤਾ, ਵਧੀਆ ਢੰਗ ਨਾਲ ਬੇਇੱਜ਼ਤ ਕੀਤਾ। ਔਰ ਮੈਂ ਉਹਨੂੰ ਕਬੂਲ ਕੀਤਾ ਵੀ ਇਸ ਬੇਇੱਜ਼ਤੀ ਦੇ ਮੈਂ ਹੱਕਦਾਰ ਹਾਂ। ਮੈਂ ਕੀ ਕੀਤਾ ਭਲਾ? ਮੈਂ ਉਹਨੂੰ ਕਬੂਲ ਕੀਤਾ ਵੀ ਮੈਂ ਇਸ ਬੇਇੱਜ਼ਤੀ ਦਾ ਕੀ ਹੈ ਭਲਾ? ਹੱਕਦਾਰ ਹਾਂ। ਕਿਉਂ? ਉਹ ਕਹਿੰਦੇ ਵੀ ਬ੍ਰਦਰ ਜੀ ਤੁਸੀਂ ਜਿੰਨੀਆਂ ਵੀ ਗੱਲਾਂ ਵਚਨ ਦੇ ਵਿੱਚੋਂ ਕੀਤੀਆਂ ਨਾ, ਕੋਈ ਦੋ ਰਾਏ ਨਹੀਂ ਕਿ ਸਾਰੀਆਂ ਮਿਸਾਲਾਂ ਠੀਕ ਸੀਗੀਆਂ, ਸਭ ਕੁਝ ਵਚਨ ਦੇ ਵਿੱਚੋਂ ਹੀ ਸੀਗਾ, ਪਰ ਤੁਹਾਡਾ ਜਿਹੜਾ ਵੇ ਆਫ ਟਾਕਿੰਗ ਸੀ ਨਾ ਬਹੁਤ ਹੀ ਮਾੜਾ ਸੀ। ਕੀ ਸੀਗਾ? ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਉਸ ਯਤਨ ਦੇ ਵਿੱਚ ਲੱਗਾ। ਮੈਨੂੰ ਆਪ ਨੂੰ ਪਤਾ ਹੈ
ਜਦੋਂ ਮੈਂ ਕਿਸੇ ਨਾਲ ਗੱਲ ਕਰਦਾ ਅਗਲੇ ਨੂੰ ਲੱਗਦਾ ਵੀ ਸਾਡੇ ਨਾਲ ਲੜਦਾ ਪਿਆ ਆ। ਉਹ ਮੇਰਾ ਇਹ ਅੰਦਾਜ਼ ਆ, ਪਰ ਅਗਲਾ ਉਸ ਚੀਜ਼ ਤੋਂ ਕੀ ਕਰਦਾ ਖਾਂਦਾ ਭਲਾ, ਕਿਉਂਕਿ ਮੇਰਾ ਸੁਰ ਉੱਚਾ ਹੋ ਜਾਂਦਾ ਹੈ, ਮੇਰੇ ਹਾਵ ਭਾਵ ਚੇਂਜ ਹੋ ਜਾਂਦੇ ਆ, ਤੇ ਅਗਲਾ ਇਸ ਚੀਜ਼ ਨੂੰ ਕੀ ਲੈਂਦਾ ਭਲਾ। ਇਹ ਕ੍ਰੋਧਿਤ ਆਦਮੀ ਹੈ, ਤੇ ਇਸੇ ਵਜ੍ਹਾ 'ਚ ਲੈ ਕੇ ਦਿੱਤਾ ਕ੍ਰੋਧ ਕਰਨ ਵਾਲਾ ਵੀ ਉਹਦੇ ਰਾਜ 'ਚ ਜਾ ਸਕਦਾ। ਵਚਨ 'ਚ ਲੈ ਕੇ ਤਾਂ ਕ੍ਰੋਧ ਕਰਨ ਵਾਲਾ ਵੀ ਉਹਦੇ ਰਾਜ 'ਚ ਦਾਖਲ। ਤੇ ਹੁਣ ਫਿਰ ਮੈਂ ਦੱਸੋ ਵੀ ਮੈਂ ਉਸ ਭੈਣ ਨੇ ਜਿਹਨੇ ਮੈਨੂੰ ਇਹ ਸ਼ਬਦ ਕਹੇ, ਮੈਂ ਉਹਦਾ ਬੁਰਾ ਬਣਾਵਾਂ ਜਾਂ ਕਿ ਮੈਂ ਇਹ ਮੰਨਾਂ ਪ੍ਰਭੂ ਨੇ ਇਹਦੇ ਮਨ ਵਿੱਚ ਪਾਇਆ ਇਹ ਮੈਨੂੰ ਇਹ ਗੱਲ ਕਵੇ। ਤੇ ਜੇ ਉਹਦੇ ਮਨ 'ਚ ਪ੍ਰਭੂ ਨੇ ਗੱਲ ਪਾਈ ਉਹ ਮੈਨੂੰ ਕਵੇ, ਤੇ ਫਿਰ ਮੈਨੂੰ ਉਹਨੂੰ ਕਬੂਲ ਕਰਨ ਦੇ ਵਿੱਚ ਦੇਰ ਲਾਉਣੀ ਚਾਹੀਦੀ ਨਹੀਂ। ਜਦ ਕਿ ਹੁੰਦਾ ਕੀ ਆ, ਸਾਡੀ ਦੀਨਤਾ ਇੱਥੇ ਪ੍ਰਗਟ ਹੋ ਜਾਂਦੀ ਨਾ। ਕੋਈ ਸਾਨੂੰ ਜਦੋਂ ਸਿੱਖਿਆ ਦੀ ਗੱਲ ਕਰਦਾ ਨਾ, ਅਸੀਂ ਸਿੱਖਿਆ ਲੈਣ ਦੀ ਬਜਾਏ ਉੱਤੇ ਗੁੱਸਾ ਹੋ ਜਾਂਦੇ ਆ ਉਹਦੇ ਨਾਲ। ਤੂੰ ਹੁੰਦਾ ਕੌਣ ਹੈ ਮੈਨੂੰ ਸਮਝਾਉਣ ਵਾਲਾ? ਮੈਂ ਤੇਰੇ ਤੋਂ ਕਿਤੇ ਘੱਟ ਅਕਲ ਵਾਲਾ? ਮੈਨੂੰ ਤੇਰੇ ਤੋਂ ਕਿਤੇ ਘੱਟ ਪਤਾ ਹੈ? ਤੂੰ ਆਪਣਾ ਗਿਆਨ ਆਪਣੇ ਕੋਲ ਰੱਖ, ਸਾਨੂੰ ਸਭ ਕੁਝ ਪਤਾ ਹੈ। ਜਦੋਂ ਅਸੀਂ ਇਹ ਕਹਿੰਦੇ ਆ ਉਦੋਂ ਸਮਝ ਲਿਓ ਵਿਰੋਧੀ ਆਤਮਾ ਦੇ ਸ਼ਿਕੰਜੇ ਦੇ ਵਿੱਚ। ਕੀ ਹੈ ਭਲਾ? ਵਿਰੋਧੀ ਆਤਮਾ ਦੇ ਸ਼ਿਕੰਜੇ ਦੇ ਵਿੱਚ ਆ। ਹੁਣ ਆ ਗਈ ਗੱਲ, ਕਈ ਵਾਰੀ ਲੋਕ ਐਸੇ ਮਿਲਦੇ ਸਾਨੂੰ ਪਤਾ ਕਹਿੰਦਾ ਪਾਵਾ, ਸਾਨੂੰ ਪਤਾ ਹੁੰਦਾ ਮੇਰੀ ਆਹ ਕਮਜ਼ੋਰੀ, ਕਈਆਂ ਨੂੰ ਫਿਰ ਜਵਾਬ ਉਦੋਂ ਹੀ ਦੇਣਾ ਪੈਂਦਾ ਕਈ ਵਾਰੀ, ਪਰ ਫਿਰ ਵੀ ਅਸੀਂ ਉਸ ਗੱਲ ਨੂੰ ਸਹੀ ਨਹੀਂ ਠਹਿਰਾ ਸਕਦੇ। ਅਸੀਂ ਫਿਰ ਵੀ ਇਹ ਨਹੀਂ ਕਹਿ ਸਕਦੇ ਵੀ ਨਹੀਂ ਮੈਂ ਇਸ ਗੱਲ ਦੇ ਵਿੱਚ ਸਹੀ ਹਾਂ, ਕਿਉਂਕਿ ਵਚਨ 'ਚ ਹੀ ਇਸੇ 'ਚ ਲਿਖ ਕੇ ਦਿੱਤਾ ਹੈ, ਜਿਹੜਾ ਤੇਰੇ ਕੋਲੋਂ ਕੋਈ ਪੁੱਛੇ ਨਾ ਉਹਨੂੰ ਬੜੀ ਨਮਰਤਾ ਦੇ ਨਾਲ ਸਮਝਾਈ। ਕਿੱਦਾਂ ਸਮਝਾਈ ਭਲਾ? ਹੁਣ ਲਿਖ ਕੇ ਦਿੱਤਾ ਨਾ ਉਹਨੇ, ਤੇ ਮੈਂ ਤਾਂ ਮੁੱਕਰ ਥੋੜੀ ਸਕਦਾ। ਵਚਨ ਮੈਨੂੰ ਕੀ ਕਹਿੰਦਾ ਭਲਾ, ਕਿੱਦਾਂ ਸਮਝਾਈ? ਤੇ ਹੁਣ ਜੇ ਮੈਂ ਗੁੱਸੇ ਨਾਲ ਸਮਝਾਉਣਾ ਤੇ ਇਹ ਤਾਂ ਮੇਰੇ ਵਚਨ ਨੂੰ ਕੀ ਕਰਦਾ ਪਿਆ ਭਲਾ ਮੈਂ? ਤੇ ਹੁਣ ਅਸੀਂ ਇਨਸਾਨ ਹੁੰਦੇ ਹੋਏ ਪਰਮੇਸ਼ਰ ਨੂੰ ਇਹ ਗੱਲਾਂ ਦਾ ਪਤਾ ਆ, ਪਰ ਜਦੋਂ ਅਸੀਂ ਆਪਣੀ ਕਮਜ਼ੋਰੀ ਪਰਮੇਸ਼ਰ ਦੇ ਅੱਗੇ ਲੈ ਜਾਂਦੇ ਨਾ ਦੀਨ ਹੋ ਕੇ, ਫਿਰ ਉਹ ਸਾਡੀ ਮਦਦ ਕਰਦਾ। ਹੁਣ ਆ ਪਿੱਛੇ 4-5 ਦਿਨ ਪਹਿਲਾਂ ਇੱਕ ਜੀਬੀ ਸਿੰਘ ਨਾਂ ਦਾ ਬੰਦਾ ਹੈਗਾ, ਇੱਕ ਕਮਿਊਨਿਸਟ ਆ, ਮਤਲਬ ਕਹਿੰਦਾ ਪਾ ਉਹਦੇ ਸਵਾਲਾਤ ਹੀ ਉਹ ਮਤਲਬ ਬੜੇ ਬੜੇ ਭੈੜੇ ਹੁੰਦੇ ਆ। ਇੱਕ ਉਹਨੇ ਕਿਤਾਬ ਲਿਖੀ ਖੂਨੀ ਪਰਮੇਸ਼ਰ, ਤੇ ਉਹਦੀਆਂ ਗੱਲਾਂ ਇੱਦਾਂ ਦੀਆਂ। ਤੇ ਮੈਨੂੰ ਪੈਂਦੀ ਸੱਟੇ ਫੋਨ ਆਇਆ, ਕਹਿੰਦਾ ਆਪਣੀ ਪਹਿਲਾਂ ਇੱਕ ਵਾਰੀ ਗੱਲ ਹੋਈ ਸੀ। ਮੈਂ ਕਿਹਾ ਹਾਂਜੀ ਮੈਨੂੰ ਯਾਦ ਆ ਜੀ। ਤੇ ਕਹਿੰਦਾ ਕਿ ਤੁਹਾਡੇ ਸਵਾਲ ਕਰਨੇ। ਮੈਂ ਕਿਹਾ ਹਾਂਜੀ। ਕਹਿੰਦਾ ਬਾਈਬਲ ਦਾ ਪਰਮੇਸ਼ਰ ਇੰਨਾ ਗੰਦਾ ਕਿਉਂ ਆ? ਹੁਣ ਪਿਆਰ ਨਾਲ ਜਵਾਬ ਦੇਣ ਵਾਲਾ ਹੈ ਨਹੀਂ, ਪਰ ਇਹਨੂੰ ਅਸੀਂ ਇੱਦਾਂ ਵੀ ਸਮਝ ਸਕਦੇ ਹਾਂ ਵੀ ਇਹ ਸਾਡੀ ਪ੍ਰੀਖਿਆ ਨਹੀਂ ਵੀ ਹੈ। ਹਾਂਜੀ, ਇਹ ਸਵਾਲ ਫਿਰ ਕੀ ਹੈ ਸਾਡੀ ਪਿੱਛੇ? ਅਗਲਾ ਉਹਨੇ ਘਟੀਆ ਸਵਾਲ ਫਿਰ ਇੱਕ ਹੋਰ ਕਰ ਦਿੱਤਾ, ਕਹਿੰਦਾ ਵੀ ਗਲਤ ਗੱਲ ਆ, ਮਤਲਬ ਕਹਿੰਦਾ ਭਾ ਜਿਹੜਾ ਤੁਸੀਂ ਕਹਿੰਦੇ ਵੀ ਉਹ ਕੁਆਰੀ ਮਰੀ ਤੋਂ ਪੈਦਾ ਹੋਇਆ, ਵੀ ਤੁਹਾਡਾ ਪਰਮੇਸ਼ਰ ਕਹਿੰਦਾ ਜਨਾਹਕਾਰੀ ਵੀ ਹੈ। ਤੇ ਮੈਂ ਫਿਰ ਫੜ ਲਿਆ। ਮੈਂ ਕਿਹਾ ਵੀ ਹੁਣ ਜੇ ਤੁਸੀਂ ਗੱਲਾਂ ਕੀਤੀਆਂ ਨਾ ਬਾਈਬਲ ਦੀਆਂ, ਤੇ ਇਹ ਹੁਣ ਤੁਸੀਂ ਹੈਗੇ ਹੋ ਸਿੱਖ, ਤੇ ਹੁਣ ਗੁੱਸਾ ਵੀ ਨਾ ਕਰਿਓ ਫਿਰ, ਕਿਉਂਕਿ ਜੇ ਕਿਸੇ ਨੂੰ ਗੱਲ ਕਹੀਏ ਤੇ ਫਿਰ ਗੱਲ ਸੁਣਨ ਦੀ ਵੀ, ਬਰਦਾਸ਼ਤ ਕਰਨ ਦੀ ਵੀ ਫਿਰ ਹਿੰਮਤ ਹੋਣੀ ਚਾਹੀਦੀ ਆ। ਤੇ ਮੈਂ ਕਿਹਾ ਫਿਰ ਜੇ ਇਹ ਗੱਲਾਂ ਤੇ ਆਉਣਾ ਨਾ, ਤੇ ਫਿਰ ਦਸਮ ਗ੍ਰੰਥ ਨੂੰ ਵੀ ਤੁਸੀਂ ਗੁਰਦੁਆਰੇ ਵਿੱਚ ਰੱਖੋ। ਫਿਰ ਬਚਿੱਤਰ ਨਾਟਕ ਵੀ ਦੱਸਿਆ ਕਰੋ ਲੋਕਾਂ ਨੂੰ ਵੀ ਕੀ ਕੁਛ ਆ ਉਹਦੇ ਵਿੱਚ। ਇਸੇ ਕਰਕੇ ਮੈਂ ਗੁਰਦੁਆਰੇ ਕਿਰਪਾਨਾਂ ਚੱਲਦੀਆਂ ਨਾ, ਤਲਵਾਰਾਂ ਚੱਲਦੀਆਂ, ਤੇ ਦਸਮ ਗ੍ਰੰਥ ਵੀ ਤੇ 10ਵੇਂ ਗੁਰੂ ਦਾ ਹੀ ਹੈ ਨਾ, ਤੇ ਫਿਰ ਲਿਆਓ ਨਾ ਉੱਥੇ। ਫਿਰ ਹੋ ਗਿਆ ਗਰਮ, ਆਹ ਗੱਲ ਨਹੀਂ ਕਹਿਣੀ। ਮੈਂ ਕਿਹਾ ਆਹੀ ਤੇ ਕਮਜ਼ੋਰੀ ਹੈ। ਇੱਕ ਪਾਸੇ ਤੇ ਤੁਹਾਡਾ ਮੈਂ ਕਿਹਾ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਤੇ ਹੁਣ ਮੈਂ ਕਿਹਾ ਮੱਤ ਉੱਚੀ ਦਾ ਪ੍ਰਗਟਾਵਾ ਕਰ। ਹੁਣ ਕੱਲ੍ਹ ਹੀ ਕਰੋਧ 'ਚ ਆਉਣ ਡਿਆ ਵੀ ਤੂੰ ਅਗਲੇ ਨੂੰ ਤਾਂ ਫਟਾਫਟ ਤੂੰ ਜਲੀਲ ਕਰਨ ਦੇ ਲਈ ਸਵਾਲ ਰੱਖ ਦਿੱਤੇ ਆ। ਤੇ ਉਦੋਂ ਇਹ ਗੱਲ ਯਾਦ ਰੱਖਿਆ ਕਰੋ, ਜਦੋਂ ਤੁਸੀਂ ਕਿਸੇ ਦੇ ਬਾਪ ਨੂੰ ਕੁਛ ਪੁੱਠਾ ਸਿੱਧਾ ਕਹੋਗੇ ਨਾ, ਤੇ ਉਦੋਂ ਫਿਰ ਆਪਣੇ ਬਾਪ ਦੀ ਬੇਇੱਜ਼ਤੀ ਸੁਣਨ ਦੇ ਲਈ ਵੀ ਤਿਆਰ ਰਿਹਾ ਕਰੋ। ਤੋ ਇਹ ਤਾਂ ਗੱਲਾਂ ਵਿੱਚ ਮਤਲਬ ਕਹਿੰਦਾ ਭਾਵ ਵੀ ਮੈਨੂੰ ਪਤਾ ਸੀ, ਮੈਂ ਮਤਲਬ ਵਿੱਚੋਂ ਵਿਚਰਾ ਮਨੁੱਖ ਕਹਿੰਦਾ ਨਹੀਂ ਇਕਬਾਲ ਗਿੱਲ ਕਰੋਧ 'ਚ ਨਹੀਂ ਆਉਣਾ, ਨਹੀਂ ਆਉਣਾ ਠੀਕ ਹੈ, ਲੇਕਿਨ ਬਾਹਰੀ ਮਨੁੱਖ ਉਹ ਜੋਸ਼ ਫੜੀ ਜਾਂਦਾ ਸੀ। ਬਾਹਰਲਾ ਮਨੁੱਖ ਜੋਸ਼ ਫੜੀ ਜਾਂਦਾ ਸੀਗਾ, ਅੰਦਰਲਾ ਮਤਲਬ ਮੈਂ ਉਹਦੇ ਦੇਖਿਆ ਵੀ ਜਿਹੜਾ ਸੰਤ ਪਲੂਸ ਨੇ ਕਿਹਾ ਨਾ ਕਿ ਮਤਲਬ ਅੰਦਰਲੇ ਦੇ ਤੇ ਬਾਹਰ ਦੇ ਦੀ ਲੜਾਈ ਕਿੱਦਾਂ ਹੁੰਦੀ ਹੈ। ਉਹਦਾ ਪੂਰਾ 100% ਮੇਰੇ ਪ੍ਰੈਕਟੀਕਲ 'ਚੋਂ ਗੁਜ਼ਰਿਆ। ਮੈਨੂੰ ਇੱਕ ਫਕੀਰ ਦੀ ਗੱਲ ਵੀ ਚੇਤੇ ਆਈ, ਬਾਅਦ ਵਿੱਚ ਕਹਿੰਦੇ ਬੜੀ ਜ਼ਬਰਦਸਤ ਗੱਲ ਲਿਖੀ ਸੀ। ਕਹਿੰਦਾ ਜਦੋਂ ਕ੍ਰੋਧ ਆਵੇ ਨਾ ਇਹ 'ਤੇ ਕੰਟਰੋਲ ਕਿੱਦਾਂ ਕਰਨਾ, ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਤੁਸੀਂ ਚੇਤੇ ਰੱਖਣਾ ਵੀ ਜਦੋਂ ਮੈਨੂੰ ਕ੍ਰੋਧ ਮੈਂ ਕਰਨਾ ਕੀ ਹੈ।
ਤੁਰ ਤੁਸੀਂ ਆਪਣੇ ਅੰਦਰੋਂ ਕਹਿਣਾ ਮੈਂ ਕ੍ਰੋਧ ਆ ਗਿਆ, ਕ੍ਰੋਧ ਆ ਗਿਆ, ਕ੍ਰੋਧ ਆ ਗਿਆ, ਕ੍ਰੋਧ ਆ ਗਿਆ, ਇਹਨੂੰ ਮੈਂ ਕੰਟਰੋਲ ਕਰਨਾ। ਮਤਲਬ ਤੁਸੀਂ ਹਰੇਕ ਬੰਦੇ ਆਪਣੇ ਤਜਰਬੇ ਪੇਸ਼ ਕੀਤੇ ਹੋਏ ਤੇ ਕਹਿੰਦਾ ਵੀ ਉਸ ਟਾਈਮ ਦੇ ਉੱਤੇ ਜਾਂ ਤਾਂ ਜਗ੍ਹਾ ਛੱਡ ਦਿਓ, ਜਾਂ ਤੁਸੀਂ ਨਹਾਉਣ ਚਲ ਜਾਓ, ਜਾਂ ਠੰਡਾ ਪਾਣੀ ਪੀ ਲਓ। ਮਤਲਬ ਇਹ ਹਰੇਕ ਬੰਦਿਆਂ ਨੇ ਆਪਣੇ ਆਪਣੇ ਤਜਰਬੇ ਦੱਸੇ ਤੇ ਪਰ ਇਹ ਇੱਕ ਮਤਲਬ ਗੱਲਾਂ ਦੇ ਵਿੱਚ ਦਮ ਹੈਗਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿੱਥੇ ਕ੍ਰੋਧ ਵਾਲੀ ਗੱਲ ਹੁੰਦੀ, ਅਗਰ ਤੁਸੀਂ ਉਹ ਜਗ੍ਹਾ ਛੱਡ ਦਿਓ ਨਾ, ਬੜੀਆਂ ਚੀਜ਼ਾਂ ਟਲ ਜਾਂਦੀਆਂ, ਕਿਉਂਕਿ ਉਸ ਟਾਈਮ ਦੇ ਉੱਤੇ ਵਿਰੋਧੀ ਕੰਮ ਕਰਨ ਵਾਸਤੇ ਆਇਆ ਹੁੰਦਾ। ਅਗਰ ਤੁਸੀਂ ਉਹ ਜਗ੍ਹਾ ਛੱਡ ਦਿਓ, ਤੁਸੀਂ ਬਹੁਤ ਸਾਰੇ ਪਾਪਾਂ ਤੋਂ ਬਚ ਜਾਂਦੇ ਆ। ਹਾਲੇਲੂਇਆ, ਸੱਚ ਗੱਲ ਹੈ। ਤੇ ਉਧਰ ਮੈਂ ਉਹ ਦੇਖਾਂ, ਮਤਲਬ ਕਹਿਣਾ ਪਾ ਤੇ ਪਰ ਮੈਂ ਫੇਰ ਗਰਮ ਹੋ ਗਿਆ, ਲਾਲ ਪੀਲਾ। ਕਿਉਂਕਿ ਸਵਾਲ ਤੇ ਸਵਾਲ ਹੀ ਉਹਦਾ ਹਰ ਬੰਦਾ ਜਿਹੜਾ ਸਵਾਲ ਹੁੰਦਾ ਸੀ ਨਾ, ਉਹ ਘਟੀਆ ਹੀ ਹੁੰਦਾ ਸੀਗਾ। ਤੇ ਫਿਰ ਪਰਮੇਸ਼ਵਰ ਨੇ ਮੇਰੇ ਮਨ 'ਚ ਪਾਇਆ ਵੀ ਵਿਵਾਦੀ ਦੇ ਨਾਲ ਮੱਥਾ ਗਿਆਨਵਾਨ ਨੂੰ ਗਿਆਨ ਦੇ ਤੇ ਹੋਰ ਬੁੱਧਵਾਨ ਹੋਊਗਾ, ਪਰ ਜੇ ਮੂਰਖ ਦਾ ਮੱਥਾ ਲਾਵਾਂਗੇ ਤਾਂ ਤੂੰ ਵੀ ਜਲੀਲ ਹੋਵੇਂਗਾ। ਸਹੀ ਗੱਲ। ਫਿਰ ਮੈਂ ਨਾਲ ਹੀ ਉਹਨੂੰ ਬਲੌਕ ਹੀ ਕਰ ਦਿੱਤਾ। ਮੈਂ ਕਿਹਾ ਨਹੀਂ, ਇਸ ਬੰਦੇ ਨਾਲ ਗੱਲ ਹੁਣ ਕਰਨੀ ਨਹੀਂ ਹੈ। ਸੋ ਕੀ ਸਿੱਖ ਰਹੇ ਅਸੀਂ? ਦੀਨ ਹੋਣਾ। ਅਸੀਂ ਅਨੰਤ ਜੀਵਨ ਦੇ ਵਾਰਸ ਹੋਣ ਦੇ ਲਈ ਐਲਾਨੇ ਗਏ ਹਾਂ। ਇਸ ਚੀਜ਼ ਨੂੰ ਚੇਤਾ ਰੱਖਣਾ। ਹਾਲੇਲੂਇਆ। ਸਾਡੇ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ, ਸਾਡੇ ਲਈ ਅਨੰਤ ਜੀਵਨ ਦਾ ਐਲਾਨ ਹੋ ਗਿਆ ਹੋਇਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਇਹਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ। ਸਾਡੇ ਲਈ ਅਨੰਤ ਜੀਵਨ ਦਾ ਐਲਾਨ, ਜਿਹੜਾ ਤੌਬਾ ਕਰੇ ਅਤੇ ਬਪਤਿਸਮਾ ਲਵੇ ਸੋ ਬਚਾਇਆ ਜਾਵੇ। ਇਹ ਐਲਾਨ ਆ। ਇਸ ਐਲਾਨ ਨੂੰ ਅਸੀਂ ਚੇਤੇ ਰੱਖਣਾ ਤੇ ਅਸੀਂ ਇਹ ਕੰਮ ਕਰ ਚੁੱਕੇ ਹਾਂ। ਲੇਕਿਨ ਜਿਹਨਾਂ ਦੇ ਲਈ ਐਲਾਨ ਕੀਤਾ ਗਿਆ, ਉਹਨਾਂ ਦਾ ਆਹ ਜੀਵਨ ਆ। ਤੇ ਹੁਣ ਜਿਹਨਾਂ ਦਾ ਇਹ ਜੀਵਨ ਆ, ਉਹਨਾਂ ਨੇ ਇਸ ਵਰਤ ਨੂੰ ਤੇ ਤੁਸੀਂ ਆਪਣੇ ਦਿਲ ਦੇ ਉੱਤੇ ਲਿਖ ਲਓ। ਜਿਹੜੀ ਇਹ ਹੈਗੀ ਨਾ 2 ਕਰੰਥੀਆਂ 10:5, ਇਹਨੂੰ ਤੁਸੀਂ ਚੇਤੇ ਰੱਖੋਗੇ ਤਾਂ ਤੁਸੀਂ ਬੜੀਆਂ ਸਾਰੀਆਂ ਗਲਤੀਆਂ ਦੇ ਉੱਤੇ ਕਾਫੀ ਹੱਦ ਤੱਕ ਤੁਸੀਂ ਜੈ ਪਾ ਸਕਦੇ। ਪੜਾਂਗੇ ਜੀ ਜਲਦੀ ਜਲਦੀ। इसलिए हम कल्पनाओं का और हर एक ऊंची बात का जो परमेश्वर की पहचान के विरोध में उठती है ਕਲਪਨਾओं का यानी कि ਵਿਚਾਰਾਂ ਦਾ। ਦੂਸਰੀ ਕੀ ਆ? और ऊंची बात का ਹਰ ਉੱਚੀ ਗੱਲ ਦਾ, ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ। उठती है। ਕਿਹਦੇ ਗਿਆਨ ਦੇ ਵਿਰੁੱਧ ਭਲਾ? परमेश्वर की ਪਰਮੇਸ਼ਵਰ ਦੇ ਗਿਆਨ ਨੂੰ ਅਸੀਂ ਸਿੱਖ ਰਹੇ ਹਾਂ ਕਿ ਉਹਨੂੰ ਜਾਣਨਾ ਹੈ ਨਾ। ਪਰਮੇਸ਼ਵਰ ਨੂੰ ਜਾਣਨਾ, ਉਹਦੇ ਗਿਆਨ ਨੂੰ ਜਾਣਨਾ। ਜਦੋਂ ਗਿਆਨ ਨੂੰ ਜਾਣਦੇ ਹਾਂ ਤੇ ਅਸੀਂ ਪਰਮੇਸ਼ਵਰ ਦੀ ਆਦਤ ਨੂੰ ਜਾਣ ਰਹੇ ਹਾਂ ਨਾ। ਤੇ ਜਦੋਂ ਉਹਦੀ ਆਦਤ ਸਾਡੀ ਸਮਝ 'ਚ ਆ ਜਾਂਦੀ ਆ ਤੇ ਫਿਰ ਰਿਸ਼ਤਾ ਨਿਭਾਉਣਾ ਔਖਾ ਨਹੀਂ, ਫਿਰ ਬਿਲਕੁਲ ਈਜੀ ਹੈ। ਸਿਸਟਰ ਜੀ ਉਰਦੂ 'ਚ ਪੜ੍ਹੀਏ ਭਲਾ। 10:5 2 ਕਰੰਥੀਆਂ। चुनाचे हम उस तकनीत हर एक ऊंची चीज को जो खुदावंद के पहचान के हक में सर उठाती है। ਹਰ ਇੱਕ ਉੱਚੀ ਚੀਜ਼। ਚੀਜ਼। ਫਿਰ ਪਿੱਛੋਂ ਪੜ੍ਹੀਏ ਇੱਕ ਮਿੰਟ ਜੀ, ਮੈਂ ਦੇਖਦਾ, ਕਿਉਂਕਿ ਕਈ ਵਾਰੀ ਸ਼ਬਦ ਜਿਹੜੇ ਨਾ ਉਹ ਹੁੰਦਾ ਕੁਝ ਹੋਰ ਹੈ, ਉਹਦਾ ਮੀਨਿੰਗ ਤੇ ਅਸੀਂ ਪ੍ਰਚਾਰ ਕੁਝ ਹੋਰ ਚੀਜ਼ ਦਾ ਕਰ ਜਾਂਦੇ। ਤਾਂ ਕਰਕੇ ਮੈਂ ਚਾਹੁੰਦਾ ਇਹਨੂੰ ਕਲੀਅਰ ਕਰ ਲਈਏ ਵੀ ਕੀ और हर एक ਇੰਗਲਿਸ਼ ਵਿੱਚ ਕੌਂਸਲ ਲਿਖਿਆ। ऊंची चीज ਹਾਂਜੀ, ਇੰਗਲਿਸ਼ ਦੇ ਵਿੱਚ ਕੌਂਸਲ ਲਿਖਿਆ। ਕੌਂਸਲ ਵੀ ਸਲਾਹ ਹੈ ਜਿਹੜੀ ਉਹ ਲੈ ਕੇ ਆਉਂਦਾ ਸਾਡੇ ਕੋਲ, ਉਹਨੂੰ ਵੀ ਆਪਾਂ ਇੱਦਾਂ ਵੀ ਲੈ ਸਕਦੇ। ਇੱਥੇ ਲਿਖਿਆ ਚੁਨਾਚੇ ਹਮ ਤਸਵਰਾਤ ਨੂੰ ਕੀ ਕਹਾਂਗੇ ਪੰਜਾਬੀ ਸਿਸਟਰ ਜੀ? जिसका ख्याल ਖਿਆਲ ਹੀ ਹੈ, ਬਸ ਮੈਂ ਇਹ ਜਾਣਨਾ ਚਾਹੁੰਦਾ। ਠੀਕ ਹੈ। ਹਰੇਕ ਉਹ ਖਿਆਲ ਤੇ ਹਰੇਕ ਉਹ ਉੱਚੀ ਗੱਲ ਜਿਹੜੀ ਮਸੀਹ ਯਿਸੂ ਦੇ ਗਿਆਨ ਦੇ ਵਿਰੋਧ ਦੇ ਵਿੱਚ ਸਿਰ ਚੁੱਕਦੀ ਹੈ, ਉਹਨੂੰ ਅਸੀਂ ਕੀ ਕਰਦੇ ਹਾਂ ਭਲਾ? ਖੰਡਨ ਕਰਦਾ। ਹਰੇਕ ਆਉਣ ਵਾਲਾ ਵਿਚਾਰ ਗਲਤ ਨਹੀਂ, ਵਿਚਾਰ ਪਰਮੇਸ਼ਵਰ ਵੱਲੋਂ ਵੀ ਹੈ, ਵਿਚਾਰ ਵਿਰੋਧੀ ਪਰਮੇਸ਼ਵਰ ਵੱਲੋਂ ਵੀ ਹੈ। ਸਾਨੂੰ ਪਰਮੇਸ਼ਵਰ ਦਾ ਜਦੋਂ ਗਿਆਨ ਹੋ ਗਿਆ, ਅਸੀਂ ਜਦੋਂ ਉਹਨੂੰ ਜਾਣ ਕੇ, ਜਿਹੜਾ ਉਹ ਕਹਿ ਰਿਹਾ ਹੈ ਪਤਰਸ ਕਿ ਅਸੀਂ ਵਿਸ਼ਵਾਸ ਕੀਤਾ ਤੇ ਜਾਣ ਗਏ ਹਾਂ। ਸੋ ਜਦੋਂ ਅਸੀਂ ਜਾਣ ਗਏ ਹਾਂ ਨਾ, ਸਾਨੂੰ ਇੱਕਦਮ ਪਤਾ ਲੱਗ ਜਾਂਦਾ ਹੈ, ਬੇਸ਼ੱਕ ਕਿ ਅਸੀਂ ਉਸ ਸਮੇਂ ਦੇ ਉੱਤੇ ਜੈ ਨਾ ਵੀ ਪਾਈਏ, ਪਰ ਸਾਨੂੰ ਗਲਤ ਤੇ ਸਹੀ ਦਾ 100% ਪਤਾ ਹੈ। ਬੇਸ਼ੱਕ ਅਸੀਂ ਉਸ ਸਮੇਂ ਹਾਰ ਵੀ ਜਾਈਏ, ਲੇਕਿਨ ਸਾਨੂੰ ਗਲਤ ਤੇ ਸਹੀ ਦਾ ਕੀ ਹੈ ਭਲਾ? ਪਤਾ ਹੈ। ਸੋ ਕਿਸੇ ਬੜੀ ਵਧੀਆ ਵੀਡੀਓ ਪਾਈ ਸੀ, ਉਹ ਇੱਕ ਬੱਚਾ ਜੰਪ ਮਾਰ ਕੇ ਨਾ ਤੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਪਿਆ ਸਟੂਲ ਦੇ ਉੱਤੇ। ਪਤਾ ਨਹੀਂ ਕਿੰਨੀ ਵਾਰੀ ਉਹ ਡਿੱਗਿਆ, ਕਿੰਨੀ ਵਾਰੀ ਉੱਠਿਆ, ਕਿੰਨੀ ਵਾਰੀ ਡਿੱਗਿਆ, ਕਿੰਨੀ ਵਾਰੀ ਉੱਠਿਆ, ਉਹ ਕਰੀ ਗਿਆ। ਆਖਿਰਕਾਰ ਉਹਨੇ ਜੰਪ ਮਾਰ ਕੇ ਚੜ੍ਹ ਗਿਆ। ਸੇਮ ਕੰਡੀਸ਼ਨ ਸਾਡੀ ਆ। ਇਹਨੇ ਵੀ 2-4 ਵਾਰੀ ਜੰਪ ਮਾਰਿਆ ਤਾਂ ਨਹੀਂ ਚੜ੍ਹਿਆ, ਛੱਡੋ ਸਾਡੇ ਕੋਲ ਹੋਣਾ ਹੀ ਨਹੀਂ। ਅਸੀਂ ਇਨਸਾਨ ਆ, ਖੁਦਾ ਦੀ ਲਾਈਕਨੈਸ ਤੇ ਇਮੇਜ ਤੇ ਬਣਾਇਆ ਸੀ।
ਆਦਮ ਨੂੰ। ਤੇ ਹੁਣ ਉਹਨੇ ਪਾਕ ਰੂਹ ਤੇ ਕਲਾਮ ਦਾ ਬੀਜ ਦਿੱਤਾ ਆ। ਸਾਡੇ ਲਈ ਕੋਈ ਵੀ ਕੰਮ ਨਾਮੁਮਕਿਨ ਨਹੀਂ ਹੈ ਹੀ ਨਹੀਂ ਆ, ਬਸ਼ਰਤੇ ਕਿ ਅਸੀਂ ਉਹਨੂੰ ਕਰਨ ਦਾ ਇੱਕ ਟੀਚਾ ਅਪਣਾ ਲਈਏ, ਮੈਂ ਕਰਨਾ ਆ, ਤੇ ਫਿਰ ਮੁਸ਼ਕਲ ਨਹੀਂ ਆ, ਕਿਉਂਕਿ ਆਤਮਾ ਆਪ ਸਾਡੇ ਨਾਲ ਹੋ ਕੇ ਕੰਮ ਨੂੰ ਕਰਦਾ ਆ। ਸਹੀ ਗੱਲ ਹਾਲੇਲੂਇਆ ਵਾਅਦਿਆਂ ਦੀ ਭਰੀ ਹੋਈ ਇਸ ਬਾਈਬਲ ਨੂੰ ਅਸੀਂ ਪੜ੍ਹਦੇ ਪਏ, ਇਹ 'ਚੋਂ ਸਿੱਖਦੇ ਪਏ ਹਾਂ। ਕੋਈ ਵੀ ਕੰਮ ਸਾਡੇ ਲਈ ਮੁਸ਼ਕਲ, ਜਦੋਂ ਸਾਡੇ ਖੁਦਾ ਦੇ ਲਈ ਕੋਈ ਕੰਮ ਮੁਸ਼ਕਲ ਨਹੀਂ, ਤੇ ਫਿਰ ਸਾਡੇ ਲਈ ਵੀ ਕੋਈ ਕੰਮ ਮੁਸ਼ਕਲ ਨਹੀਂ। ਕਿਉਂ ਮੁਸ਼ਕਲ ਨਹੀਂ? ਕਿਉਂਕਿ ਉਹੋ ਹੀ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ। ਹਾਲੇਲੂਇਆ। ਇਸ ਲਈ ਕੋਈ ਵੀ ਕੰਮ ਕੀ ਹੈ ਭਲਾ ਮੁਸ਼ਕਲ ਨਹੀਂ, ਪਰ ਸ਼ਰਤ ਕੀ ਆ? ਇਹਨਾਂ ਚੀਜ਼ਾਂ ਨੂੰ ਜੇ ਅਸੀਂ ਪੂਰਾ ਕਰਨਾ ਹੈ, ਪੜ੍ਹ ਲਓ ਪਹਿਲਾਂ ਪੂਰੀ ਆਇਤ, ਕਿ ਹਰੇਕ ਉੱਚੀ ਗੱਲ ਨੂੰ ਜਿਹੜੀ ਮਸੀਹ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ ਢਾਹ ਦਿੰਦੇ ਅੱਗੇ। ਹਰੇਕ ਖਿਆਲ ਨੂੰ ਕੀ ਕਰਦੇ ਭਲਾ? हर एक भावना को कैद ਹਰੇਕ ਭਾਵਨਾ, ਹਰੇਕ ਖਿਆਲ ਨੂੰ ਕੀ ਕਰਦੇ ਆ ਭਲਾ? कर ਕੈਦ ਕਰਦੇ ਆ। ਤੇ ਕੀ ਅੱਗੇ ਫਾਈਨਲ ਕੀ ਹੈ? का आज्ञाकारी बना ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਆ। ਤੇ ਹੁਣ ਅਸੀਂ ਆਪਣੇ ਜੀਵਨ ਤੇ ਆ ਜਾਈਏ ਜਿਹੜਿਆਂ ਨੂੰ ਅਨੰਤ ਜੀਵਨ ਦੇ ਲਈ ਬੁਲਾਇਆ ਗਿਆ ਹੈ। ਅਨੰਤ ਜੀਵਨ ਦੀਆਂ ਗੱਲਾਂ ਕਿਹਦੇ ਕੋਲ ਆ? ਪ੍ਰਭੂ ਯਿਸੂ ਮਸੀਹ ਦੇ ਕੋਲ ਆ। ਅਸੀਂ ਉਹੋ ਹੀ ਅਨੰਤ ਗੱਲਾਂ ਨੂੰ ਅੱਜ ਅਸੀਂ ਕੀ ਕਰਦੇ ਪਏ ਭਲਾ? ਸਿੱਖ ਰਹੇ ਹਾਂ। ਹਾਲੇਲੂਇਆ। ਤੇ ਜਦੋਂ ਇਹਨਾਂ ਅਨੰਤ ਜੀਵਨ ਦੀਆਂ ਗੱਲਾਂ ਨੂੰ ਅਸੀਂ ਸਿੱਖ ਰਹੇ ਹਾਂ, ਤੇ ਫਿਰ ਇਹਨਾਂ ਨੂੰ ਪੂਰਾ ਵੀ ਅਸੀਂ ਕਰਨਾ ਆ। ਇਹਨੂੰ ਪੂਰਾ ਕਰਨ ਦਾ ਮਤਲਬ ਹੈ ਅਸੀਂ ਉਹਨੂੰ ਜਿੰਨੀਆਂ ਗੱਲਾਂ ਨੂੰ ਪੂਰਾ ਕਰੀ ਜਾ ਰਹੇ ਹਾਂ, ਓਨੇ ਪੁਆਇੰਟ ਦੇ ਵਿੱਚ ਅਸੀਂ ਉਹਨੂੰ ਜਾਣਦੇ ਜਾ ਰਹੇ ਹਾਂ। ਮੇਰਾ ਪ੍ਰਭੂ ਇਸ ਚੀਜ਼ ਤੋਂ ਮੇਰੇ ਤੋਂ ਨਾਰਾਜ਼ ਹੈ। ਸ਼ਾਇਦ ਅਜੇ ਤੱਕ ਮੇਰੇ ਜੀਵਨ 'ਚ ਉਹ ਕੰਮ ਜਿਹੜਾ ਹੋਣਾ ਚਾਹੀਦਾ ਸੀ, ਸ਼ਾਇਦ ਇਸੇ ਕਰਕੇ ਨਹੀਂ ਹੋਇਆ ਕਿ ਮੈਂ ਇਸ ਚੀਜ਼ ਦੇ ਉੱਤੇ ਅਜੇ ਜੈ ਪਾ ਸਕਿਆ। ਨਹੀਂ। ਜਿੰਨਾ ਦੀਨ ਮੇਰਾ ਪ੍ਰਭੂ ਮੇਰੇ ਲਈ ਬਣਿਆ, ਓਨਾ ਦੀਨ ਮੈਂ ਅਜੇ ਬਣਿਆ ਨਹੀਂ ਆ। ਜਦ ਕਿ ਚਾਹੀਦਾ ਕੀ ਆ? ਮੈਂ ਉਸ ਤੋਂ ਵੀ ਵੱਧ ਦੀਨ ਹੋਵਾਂ। ਹਾਲੇਲੂਇਆ ਮੈਂ ਕਿਉਂ ਹਾਂ ਭਲਾ? ਉਸ ਤੋਂ ਵੀ ਦੀ ਕਿਉਂਕਿ ਬਾਪ ਨੂੰ ਖੁਸ਼ੀ ਉਦੋਂ ਹੁੰਦੀ ਆ ਜਦੋਂ ਜੋ ਬਾਪ ਨੇ ਕੀਤਾ ਨਾ, ਬੇਟਾ ਉਸ ਤੋਂ ਇੱਕ ਕਦਮ ਅੱਗੇ ਵੱਧ ਕੇ ਕੁਛ ਕਰਕੇ ਦਿਖਾਵੇ। ਸਹੀ ਗੱਲ ਇਹ ਬਾਪ ਦੀ ਖੁਸ਼ੀ ਹੁੰਦੀ ਹੈ। ਇੱਕੋ ਤੇ ਰਿਸ਼ਤਾ ਜਿਹਦੇ ਵਿੱਚ ਜਲਨ ਨਹੀਂ ਹੁੰਦੀ। ਬਾਕੀ ਕੋਈ ਵੀ ਤੁਸੀਂ ਤਰੱਕੀ ਕਰਦੇ ਹੋ ਨਾ, ਹਰੇਕ ਰਿਸ਼ਤੇ ਵਿੱਚ ਕੋਈ ਨਾ ਕੋਈ ਜਲਨ ਆ ਜਾਂਦੀ। ਇਹ ਮੇਰੇ ਤੋਂ ਅੱਗੇ ਕੱਲ੍ਹ ਹੀ ਚਲੇ ਗਿਆ। ਲੇਕਿਨ ਇੱਕ ਇਹੀ ਰਿਸ਼ਤਾ ਹੈ ਮਾਂ ਬਾਪ ਦਾ, ਜਿਹਦੇ ਵਿੱਚ ਹਰੇਕ ਮਾਂ ਬਾਪ ਦੀ ਇੱਛਾ ਭਲਾ ਕੀ ਹੁੰਦੀ? ਮੇਰਾ ਬੱਚਾ ਮੇਰੇ ਤੋਂ ਵੀ ਉੱਚੇ ਮੁਕਾਮ ਦਿੱਤੇ ਹੋਵੇ। ਹਾਲੇਲੂਇਆ। ਸੋ ਅਸੀਂ ਪਰਮੇਸ਼ਵਰ ਤੋਂ ਉੱਚੇ ਮੁਕਾਮ ਤੇ ਨਹੀਂ, ਪਰ ਉਹ ਜੋ ਕੁਛ ਪ੍ਰਭੂ ਯਿਸੂ ਮਸੀਹ ਦੇ ਰੂਪ 'ਚ ਮਨੁੱਖ ਬਣ ਕੇ ਸਾਡੇ ਅੱਗੇ ਨਮੂਨਾ ਰੱਖ ਕੇ ਗਿਆ, ਉਹਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਅਸੀਂ ਸੰਤ ਪਲੂਸ ਵਾਂਗੂ ਉਹ ਸਾਰਾ ਕੁਝ ਕਰ ਸਕਦੇ ਹਾਂ। ਜੇ ਉਹ ਕਹਿ ਸਕਦਾ ਮੈਂ ਉਹਦੇ ਦੁੱਖਾਂ ਦੀ ਘਟੀ ਨੂੰ ਆਪਣੇ ਬਦਨ ਦੇ ਵਿੱਚ ਪੂਰਾ ਕਰਦਾ ਹਾਂ, ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਜੋ ਕਹਿੰਦਾ ਮੈਂ ਉਹਦੇ ਜ਼ਖਮਾਂ ਦੇ ਦਾਗਾਂ ਨੂੰ ਆਪਣੀ ਦੇਹੀ ਦੇ ਉੱਤੇ ਲਈ ਫਿਰਦਾ ਹਾਂ, ਤੇ ਫਿਰ ਸਾਨੂੰ ਤਾਂ ਅਜੇ ਕੋਈ ਜ਼ਖਮ ਮਿਲਿਆ ਹੀ ਨਹੀਂ। ਤੁਸੀਂ ਹਿਸਾਬ ਲਾ ਲਓ, ਜੇ ਕਿਤੇ ਸਾਨੂੰ ਜ਼ਖਮ ਮਿਲ ਜਾਵੇ, ਹਾਂਜੀ, ਫਿਰ ਤਾਂ ਅਸੀਂ ਉੱਦਾਂ ਤਲਵਾਰ ਲੈ ਕੇ ਵਾਢੀ ਦੀ ਅਗਲੇ ਨੂੰ ਕਿ ਤੇਰਾ ਤੂੰ ਹੁੰਦਾ ਕੌਣ ਹੈ? ਅਜੇ ਜ਼ਖਮ ਕੋਈ ਮਿਲਿਆ ਨਹੀਂ, ਤੇ ਫਿਰ ਇਹਦਾ ਮਤਲਬ ਅਸੀਂ ਅਜੇ ਉਸ ਦੀਨਤਾ ਦੇ ਵਿੱਚ, ਜਿਹਦਾ ਵਚਨ ਦੱਸਦਾ ਹੈ ਕਿ ਅਨੰਤ ਜੀਵਨ ਕਿਹਨਾਂ ਦਾ ਆ? ਧਨ ਉਹ ਜਿਹੜੇ ਮਨ ਦੇ ਕੀ ਆ? ਦੀਨ ਆ ਜਾਂ ਗਰੀਬ ਆ, ਉਹਨਾਂ ਦਾ ਆ ਸਵਰਗ ਰਾਜ। ਤੇ ਫਿਰ ਇਹਦਾ ਮਤਲਬ ਜੇ ਅਸੀਂ ਅਜੇ ਉਹ ਦੀਨ ਨਹੀਂ ਆ, ਤੇ ਫਿਰ ਵਚਨ ਨੂੰ ਕੋਈ ਦੁਨੀਆ ਦਾ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਚੈਲੰਜ ਕਰ ਦੇਵੇ। ਜੇ ਅਸੀਂ ਉਹ ਦੀਨ ਨਹੀਂ ਆ, ਤੇ ਫਿਰ ਅਸੀਂ ਸਵਰਗ ਦੇ ਵੀ ਅਧਿਕਾਰੀ ਨਹੀਂ। ਕਿਉਂ? ਇਸੇ ਵਚਨ ਲਿਖ ਕੇ ਦਿੱਤਾ, ਇਹ ਵਚਨ ਹੀ ਤੁਹਾਨੂੰ ਦੋਸ਼ੀ ਤੇ ਨਿਰਦੋਸ਼ੀ ਠਹਿਰਾਏਗਾ। ਇਹੀ ਵਚਨ। ਸੋ ਇੱਕ ਆਖਰੀ ਲਾਈਨ ਪੜ੍ਹਦੇ ਹਾਂ, ਉਸ ਤੋਂ ਬਾਅਦ ਦੁਆ ਕਰਦੇ ਹਾਂ। ਯਕੂਬ 4 ਅਧਿਆਇ ਉਹਦੀ 10 ਆਇਤ। ਯਕੂਬ 4 ਅਧਿਆਇ ਉਹਦੀ 10 ਆਇਤ। ਕਿ ਅਸੀਂ ਆਪਣੀ ਯਤਨਾਂ ਦੇ ਨਾਲ, ਆਪਣੀ ਕੋਸ਼ਿਸ਼ਾਂ ਦੇ ਨਾਲ ਨਹੀਂ ਉਸ ਮੁਕਾਮ ਨੂੰ ਹਾਸਲ ਕਰ ਸਕਦੇ, ਪਰ ਜੇ ਅਸੀਂ ਵਚਨ ਨੂੰ ਪੂਰਾ ਕਰੀਏ ਤੇ ਫਿਰ ਹਰ ਉਹ ਮੁਕਾਮ ਜਿਹੜਾ ਸਾਡੇ ਸਾਹਮਣੇ ਇੱਕ ਚੈਲੰਜ ਬਣ ਕੇ ਖੜਾ, ਉਹਨੂੰ ਹਾਸਲ ਕਰਨਾ ਸਾਡੇ ਲਈ ਕੋਈ ਮੁਸ਼ਕਲ ਨਹੀਂ ਹੈ। ਪੜਾਂਗੇ। प्रभु के सामने दीन बनो। ਕਿਹਦੇ ਸਾਹਮਣੇ? प्रभु के सामने ਪ੍ਰਭੂ ਦੇ ਸਾਹਮਣੇ ਕੀ ਬਣਨਾ ਭਲਾ? दीन। ਪ੍ਰਭੂ ਦੇ ਸਾਹਮਣੇ ਦੀਨ ਬਣਨ ਦਾ ਮਤਲਬ ਕੀ ਹੈ? ਪ੍ਰਭੂ ਕਿੱਥੇ ਹੈ ਪਹਿਲਾਂ ਇਹ ਦੱਸੋ ਵਚਨ ਦੇ ਮੁਤਾਬਕ। ਹਾਂਜੀ, ਪ੍ਰਭੂ ਕਲੀਸਿਆ ਦੇ ਵਿੱਚ, ਸਾਡੇ ਅੰਦਰ। ਅਸੀਂ ਸਭ ਕੀ ਹਾਂ? ਉਹਦਾ ਮੰਦਰ ਹਾਂ, ਉਹਦੇ ਅੰਗ ਹਾਂ। ਪ੍ਰਭੂ ਦੇ ਸਾਹਮਣੇ ਦੀਨ ਹੋਣ ਦਾ ਮਤਲਬ ਕੀ ਹੈ? ਪ੍ਰਭੂ
ਆਪਣੀ ਪੂਰੀ ਮਹਿਮਾ ਦੇ ਵਿੱਚ ਤੇ ਸਵਰਗ ਦੇ ਵਿੱਚ ਵਿਰਾਜਮਾਨ ਹੈ, ਆਤਮਾ ਦੇ ਰੂਪ ਦੇ ਵਿੱਚ ਸਾਡੇ ਅੰਦਰ ਆ। ਔਰ ਜਦੋਂ ਉਹਦੇ ਜਨ ਇਕੱਠੇ ਹੁੰਦੇ ਆ ਉਦੋਂ ਉਹ ਉਹਨਾਂ ਦੇ ਵਿੱਚ ਆ। ਸੋ ਹੁਣ ਪ੍ਰਭੂ ਦੇ ਸਾਹਮਣੇ ਦੀਨ ਹੋਣ ਦਾ ਭਾਵ ਕੀ ਹੈ? ਕਿਵੇਂ ਇਸ ਵਚਨ ਨੂੰ ਅਸੀਂ ਪੂਰਾ ਕਰਾਂਗੇ? ਕਿਉਂਕਿ ਪ੍ਰਭੂ ਸਾਖਸ਼ਾਤ ਰੂਪ ਦੇ ਵਿੱਚ ਤੇ ਸਾਡੇ ਸਾਹਮਣੇ ਨਹੀਂ ਹੈ। ਤੇ ਇਹਦਾ ਮਤਲਬ ਆ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੇ ਸਾਹਮਣੇ ਦੀਨ ਬਣਾਵਾਂਗੇ ਤੇ ਕਿਹਦੇ ਅੱਗੇ ਬਣਾਉਣੇ ਆ? ਜਦੋਂ ਅਸੀਂ ਆਪਣੇ ਆਪ ਨੂੰ ਇੱਕ ਦੂਜੇ ਦੇ ਅੱਗੇ ਦੀਨ ਬਣਾਵਾਂਗੇ ਤੇ ਕਿਹਦੇ ਅੱਗੇ ਦੀਨ ਹੋਏ? ਪਰਮੇਸ਼ਵਰ ਦੇ, ਪ੍ਰਭੂ ਯਿਸੂ ਮਸੀਹ ਦੇ ਅਸੀਂ ਸਾਹਮਣੇ ਦੀਨ ਹੁੰਦੇ ਆ। ਤੇ ਜੇ ਅਸੀਂ ਇਹ ਕੰਮ ਨਹੀਂ ਕਰਦੇ ਤੇ ਜੇ ਅਸੀਂ ਮਤਲਬ ਦੀਨ ਨਹੀਂ ਹੈ ਤੇ ਫਿਰ ਦੂਜਾ ਸ਼ਬਦ ਹੈਗਾ ਇਹਦਾ ਉਲਟਾ, ਹੈ ਨਾ? ਫਿਰ ਅਸੀਂ ਕੀ ਆ? ਪ੍ਰੌਢੀ ਆ, ਫਿਰ ਅਸੀਂ ਘਮੰਡੀ ਆ। ਤੇ ਘਮੰਡ ਦੇ ਬਾਰੇ 'ਚ ਵੀ ਵਚਨ ਲਿਖਦਾ ਹੈ ਵੀ ਨਾਸ਼ ਹੋਣ ਤੋਂ ਪਹਿਲਾਂ ਘਮੰਡੀ, ਅਨੰਤ ਜੀਵਨ ਦਾ ਐਲਾਨ ਹੋ ਚੁੱਕਾ ਹੈ, ਲੇਕਿਨ ਕਿਤੇ ਅਸੀਂ ਉਸ ਅਨੰਤ ਜੀਵਨ ਤੋਂ ਵਾਂਝੇ ਨਾ ਰਹਿ ਜਾਈਏ। ਕੋਈ ਐਸਾ ਘਮੰਡ ਸਾਡੇ ਅੰਦਰ ਕਦੇ ਨਾ ਆਵੇ ਜਿਹਦਾ ਕਰਕੇ ਅਸੀਂ ਪ੍ਰਭੂ ਦੇ ਅੱਗੇ ਕੀ ਹੋਈਏ? ਭਲਾ ਸ਼ਰਮਿੰਦਾ ਹੋਈਏ। ਉਹ ਨਿਆਈ ਆ ਤੇ ਧਰਮੀ ਆ, ਕਿਸੇ ਦਾ ਪੱਖਪਾਤ ਕਰਦਾ ਨਹੀਂ ਆ। ਹੱਥ ਆਈ ਚੀਜ਼ ਨੂੰ ਅਸੀਂ ਕਿਤੇ ਗਵਾ ਨਾ ਬੈਠੀਏ। ਆਪਣੀ ਅੱਖਾਂ ਨੂੰ ਬੰਦ ਕਰੀਏ, ਸਿਰਾਂ ਝੁਕਾਈਏ। ਭਾਈ ਬਲਦੇਵ ਨਾਲ ਮਿਲ ਕੇ ਆਖਰੀ ਪ੍ਰਾਰਥਨਾ ਕਰਦੇ ਹਾਂ। ਸਰਵ ਸ਼ਕਤੀਮਾਨ ਆਦਰਯੋਗ ਪਰਮੇਸ਼ਰ, ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਹਾਂ। ਤੇਰੇ ਵਚਨ ਸਾਰ ਅੱਜ ਦੀ ਸ਼ਾਮ ਅਸੀਂ ਇਕੱਠਿਆਂ ਹੋ ਕੇ ਪਿਤਾ ਧੰਨਵਾਦ ਦੇ ਬਲੀਦਾਨ ਔਰ ਗੀਤ ਭਜਨ ਗਾਏ। ਤੇਰੇ ਦਾਸ ਦੇ ਸੀਲੇ ਪੁੱਤਰ ਆਤਮਾ ਨਿਗਾਹੇ ਦੇ ਨਾਲ ਪ੍ਰਭੂ ਨਾ ਵਚਨਾਂ ਨੂੰ ਸੁਣਿਆ। ਪ੍ਰਭੂ ਅਸੀਂ ਜੋ ਚਾਹੁੰਦੇ ਪ੍ਰਤਾ ਨਾ ਹੋਵੇ, ਤੇਰੀ ਮਰਜ਼ੀ ਸਾਡੇ ਜੀਵਨਾਂ 'ਚ ਪੂਰੀ ਹੋਵੇ। ਸਾਨੂੰ ਹਲੀਮ ਅਧੀਨ ਕਰਦੇ ਕਿ ਪ੍ਰਭੂ ਤੇਰੇ ਹੁਕਮਾਂ ਔਰ ਵਿਧੀਆਂ ਤੇ ਚੱਲਣ ਵਾਲੇ ਬਣ ਜਾਈਏ। ਮੇਰੇ ਪਰਮੇਸ਼ਵਰ ਤੂੰ ਤਿਆਰ ਕਰਦਾ ਮੇਰੇ ਪ੍ਰਭੂ। ਅਸੀਂ ਆਪਣੇ ਸਰੀਰ ਨੂੰ ਨਹੀਂ ਤਾਂ ਪਰਮੇਸ਼ਰ ਤੇਰੀ ਆਤਮਾ ਨੂੰ ਬਲਵਾਨ ਕਰ ਸਕੀਏ। ਤੇਰੀ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਹੋਰ ਕਰਦੇ ਹੋਏ ਦੁਆਵਾਂ ਪ੍ਰਾਰਥਨਾ 'ਚ ਵਧ ਸਕੀਏ। ਇਸ ਲਈ ਸਾਨੂੰ ਇੱਕ ਮਨ ਇੱਕ ਸੋਚ ਕਰ ਕਿ ਪਿਤਾ ਸਭ ਲਈ ਦੁਆ ਕਰਦਾ, ਸਭ ਨੂੰ ਹਲੀਮ ਕਰਦੇ ਮੇਰੇ ਪ੍ਰਭੂ, ਅਧੀਨ ਕਰ ਲਾ ਪ੍ਰਭੂ ਕਿ ਤੇਰੇ ਹੁਕਮਾਂ 'ਚ ਚੱਲ ਸਕਣ ਪ੍ਰਭੂ। ਇਸ ਲਈ ਤੇਰਾ ਵਚਨ ਹੈ ਜ਼ਿੰਦਗੀ 'ਚ 100 ਗੁਣਾ ਬਰਕਤ ਲੈ ਕੇ ਆਏ। ਆਪਣੇ ਦਾਸ ਨੂੰ ਇਸ ਤਰ੍ਹਾਂ ਹੀ ਹੋਰ ਸਾਰੇ ਭੇਦ ਦੇ ਕੇ ਇਸਤੇਮਾਲ ਕਰਦੇ ਰਹਿਣਾ ਔਰ ਬਹੁਤਿਆਂ ਭੇਦਾਂ ਵਿੱਚ ਆਪਣੇ ਦਾਸ ਨੂੰ ਇਸਤੇਮਾਲ ਕਰਦਾ ਰਹੇ। ਤੇਰਾ ਪਾਕ ਰੂਹ ਮਦਦ ਕਰੇ ਤੇ ਦਾਸ ਨੂੰ, ਮੰਡਲੀ ਨੂੰ ਔਰ ਆਪਣੇ ਆਪ ਨੂੰ ਇਸ ਸਮੇਂ ਤੁਹਾਡੇ ਹੱਥ ਵਿੱਚ ਦਿੰਦੇ। ਯੀਸ਼ੂ ਤੇਰਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜਰ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਨਾਲ ਬਣੀ ਰਹੇ। ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਜੀ। ਰੱਬ ਤੁਹਾਡੇ ਸਾਰਿਆਂ ਦੇ ਨਾਲ ਹੋਵੇ।